ਨਾਨਕ ਅੰਗਦ ਗੁਰੂ ਅਮਰਦਾਸ ਪਗਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪਰਚਾਰ। ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ। ਸ਼੍ਰੀ ਸਤਿਗੁਰ ਸਮਚਿਤ ਪ੍ਰਭੂ ਬੈਠੇ ਵਿੱਚ ਸੁਹਾਏ। ਮੁਖ ਪ੍ਰਸੰਨ ਸਮ ਚੰਦਰ ਕੋ ਉਡਗਨ ਸਿੱਖ ਸਮੁਦਾਏ। ਸ਼੍ਰੀ ਸਤਿਗੁਰ ਸਮਚਿਤ ਪ੍ਰਭੂ ਬੈਠੇ ਬੀਚ ਸੁਹਾਏ। ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ, ਜਿਤਨੀਆਂ ਸੰਗਤਾਂ ਆਪ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਸ ਸਰਵਣ ਕਰਨ ਲੱਗੇ ਹੋ, ਗੱਜ ਕੇ ਸਾਰੀ ਸੰਗਤ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ। ਹਜ਼ੂਰ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ, ਧੰਨ 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 ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਆਪ ਜੀ ਕਥਾ ਸਰਵਣ ਕਰ ਰਹੇ ਹੋ। ਆਓ ਪਹਿਲਾਂ ਸਾਰੀਆਂ ਸੰਗਤਾਂ ਸੁਰਤੀਆਂ ਬਿਰਤੀਆਂ ਇਕਾਗਰ ਕਰਕੇ ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕਥਾ ਇੱਥੋਂ ਤੱਕ ਆਪ ਜੀ ਨੇ ਸਰਵਣ ਕੀਤੀ ਹੈ। ਹਜ਼ੂਰ ਮਹਾਰਾਜ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਆਪਣਾ ਜਿਹੜਾ ਸਰੀਰ ਹੈ ਉਹ ਮਹਾਰਾਜ ਜੀ ਨੇ ਤਿਆਗਿਆ ਹੈ। ਮਹਾਰਾਜ ਜੀ ਸੱਚਖੰਡ ਜਾ ਰਹੇ ਹੈ। ਉਸ ਸਮੇਂ ਜਦੋਂ ਸਰੀਰ ਤਿਆਗ ਦਿੱਤਾ, ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਨੇ ਵੀ ਆ ਕੇ ਬੜਾ ਹੀ ਵੈਰਾਗ ਕੀਤਾ, ਕਿਉਂਕਿ ਪਹਿਲਾਂ ਨਹੀਂ ਸੀ ਦਰਸ਼ਨ ਕਰ ਪਾਏ। ਜਦੋਂ ਆ ਕੇ ਬਹੁਤ ਵੈਰਾਗ ਕੀਤਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਾਲੇ ਪਾਸੇ ਖਲੋ ਕੇ ਬੇਨਤੀਆਂ ਕਰਨ ਲੱਗੇ। ਹੇ ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਆਪ ਜੀ ਨੂੰ ਪਛਾਣ ਨਾ ਸਕੇ, ਸਾਡੇ ਕੋਲੋਂ ਬੜੀ ਭੁੱਲ ਹੋ ਗਈ ਹੈ, ਆਪ ਕਿਰਪਾ ਕਰੋ ਅਤੇ ਸਾਨੂੰ ਹੁਣ ਆਪਣੇ ਦਰਸ਼ਨ ਬਖਸ਼ੋ। ਮਹਾਰਾਜ ਅਸੀਂ ਤਾਂ ਖਾਲੀ ਰਹਿ ਗਏ। ਗੁਰੂ ਨਾਨਕ ਸਾਹਿਬ ਮਹਾਰਾਜ ਸਰੀਰ ਹੀ ਤਿਆਗਿਆ, ਕੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਸ ਥੋੜ੍ਹੀ ਹੋਇਆ। ਮਹਾਰਾਜ ਗਰੀਬ ਨਵਾਜ ਫਿਰ ਮੁੜ ਸਰੀਰ ਵਿੱਚ ਆਏ ਅਤੇ ਉੱਠ ਕੇ ਬੈਠ ਗਏ ਜੀ। ਸਭ ਸੰਗਤਾਂ ਜੈ ਜੈਕਾਰ ਕਰਨ ਲੱਗ ਪਈਆਂ। ਜਿੱਥੇ ਬੜਾ ਬੈਰਾਗ ਦਾ ਮਾਹੌਲ ਬਣਿਆ ਸੀ, ਇੱਕਦਮ ਖੁਸ਼ੀ ਦੀ ਲਹਿਰ ਛਾ ਗਈ।
2 ਘੜੀਆਂ ਵਾਸਤੇ ਬਾਬਾ ਸ੍ਰੀ ਚੰਦ ਜੀ ਨੇ ਕਿਹਾ ਸੀ ਮਹਾਰਾਜ ਤੁਸੀਂ ਉਠੋ। ਮਹਾਰਾਜ ਗਰੀਬ ਨਵਾਜ ਫਿਰ ਉੱਠ ਕੇ ਕਹਿਣ ਲੱਗੇ ਸ੍ਰੀ ਚੰਦ ਜੀ ਤੁਸੀਂ ਕੇਵਲ 2 ਘੜੀਆਂ ਵਾਸਤੇ ਆਖਿਆ, 2 ਯੁੱਗ ਵੀ ਕਹਿੰਦੇ ਤੇ ਆਪਾਂ ਤਾਂ ਵੀ ਰਹਿ ਪੈਣਾ ਸੀ। ਮਹਾਰਾਜ ਕਹਿਣ ਲੱਗੇ ਕਿਉਂਕਿ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਸਤਿਗੁਰੂ, ਆਪ ਪਰਮੇਸ਼ਰ, ਮਨੁੱਖਾਂ ਵਾਲਾ ਜਿਹੜਾ ਸਾਧ ਸੰਗਤ ਦੀ ਰੂਲ ਹੈ ਉਹ ਸਤਿਗੁਰਾਂ ਉੱਤੇ ਲਾਗੂ ਨਹੀਂ ਹੁੰਦਾ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਬਾਬਾ ਸ੍ਰੀ ਚੰਦ ਜੀ ਨੂੰ ਆਖਿਆ ਮੰਗੋ ਕੀ ਮੰਗਣਾ ਹੈ। ਬਾਬਾ ਸ੍ਰੀ ਚੰਦ ਮਹਾਰਾਜ ਜੀ ਨੂੰ ਕਹਿਣ ਲੱਗੇ ਮਹਾਰਾਜ ਗੁਰਤਾ ਗੱਦੀ ਤੁਸੀਂ ਅੰਗਦ ਦੇਵ ਜੀ ਨੂੰ ਦੇ ਦਿੱਤੀ, ਅਸੀਂ ਤੇ ਖਾਲੀ ਰਹਿ ਗਏ ਨਾ। ਮਹਾਰਾਜ ਕਹਿਣ ਲੱਗੇ ਨਹੀਂ, ਗੁਰੂ ਪੀਰਾਂ ਦੇ ਜਿਹੜਾ ਕੁੱਤਾ ਹੁੰਦਾ ਉਹਦੇ ਵਿੱਚ ਵੀ ਤਾਕਤ ਹੁੰਦੀ ਹੈ, ਤੁਸੀਂ ਤੇ ਸਾਡੇ ਪੁੱਤਰ ਹੋ, ਤੁਸੀਂ ਕਿਵੇਂ ਖਾਲੀ ਰਹਿ ਜਾਓਗੇ। ਸਾਡੀਆਂ ਸਿੱਖ ਸੰਗਤਾਂ ਤੁਹਾਨੂੰ ਮੰਨਿਆ ਕਰਨਗੀਆਂ, ਸਤਿਕਾਰ ਕਰਿਆ ਕਰਨਗੀਆਂ, ਪਰ ਜਿਹੜੀ ਵਡਿਆਈ ਲਹਿਣਾ ਜੀ ਦੀ ਹੈ, ਗੁਰੂ ਅੰਗਦ ਦੇਵ ਜੀ ਦੀ ਹੈ, ਉਹ ਵੱਖਰੀ ਹੈ। ਉਹ ਆਪਣੇ ਆਪ ਵਿੱਚ ਉਹਨਾਂ ਦੀ ਬੜੀ ਵੱਡੀ ਵਡਿਆਈ ਹੈ। ਇਹ ਸੰਗਤ ਜੀ ਮਹਾਰਾਜ ਨੇ ਬਚਨ ਕੀਤਾ। ਸਾਰੀਆਂ ਸੰਗਤਾਂ ਨੂੰ ਮਹਾਰਾਜ ਕਹਿਣ ਲੱਗੇ ਗੁਰੂ ਅੰਗਦ ਦੇਵ ਸਾਹਿਬ ਬਾਰੇ, ਕਹਿਣ ਲੱਗੇ ਉਹ ਸਾਡੇ ਅਨੁਸਾਰ ਹੀ ਰਹੇ ਹੈ, ਉਹਨਾਂ ਨਿਰਹੰਕਾਰ ਹੋ ਕੇ ਸੇਵਾ ਕੀਤੀ ਹੈ, ਜਿਵੇਂ ਅਸੀਂ ਕਿਹਾ ਉਵੇਂ ਉਹਨਾਂ ਨੇ ਸਾਡਾ ਬਚਨ ਮੰਨਿਆ, ਤਾਂ ਇੰਨੀ ਵੱਡੀ ਬਖਸ਼ਿਸ਼ ਜਿਹੜੀ ਉਹਨਾਂ ਪ੍ਰਾਪਤ ਕੀਤੀ ਹੈ। ਬਾਕੀ ਮਹਾਰਾਜ ਕਹਿਣ ਲੱਗੇ ਸਭ ਤੋਂ ਵੱਡਾ ਮਨੁੱਖ ਦੇ ਮਸਤਕ ਦੇ ਉੱਤੇ ਗੁਰ ਪਰਮੇਸ਼ਰ ਦੀ ਮਿਹਰ ਦਾ ਨਿਸ਼ਾਨ ਪੈ ਜਾਂਦਾ ਹੈ। ਹੋਰ ਮੱਤਾਂ ਜਿਹੜੀਆਂ ਨੇ ਉਹ ਮਿੱਥੀਆਂ ਹਨ, ਸਾਰੀਆਂ ਝੂਠੀਆਂ ਹਨ। ਸੰਗਤ ਜੀ ਨਾਨਕ ਮੱਤੀ ਮਿੱਥਿਆ ਕਰਮ ਸੱਚਾ ਨਿਸ਼ਾਨ। ਇੱਥੋਂ ਤੱਕ ਆਪ ਜੀ ਨੇ ਕਥਾ ਸਰਵਣ ਕੀਤੀ। ਹੁਣ ਆਪਾਂ ਅੱਗੋਂ ਕਥਾ ਸਰਵਣ ਕਰਾਂਗੇ। ਪਿਆਰ ਸਤਿਕਾਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ਼੍ਰੀ ਸਤਿਗੁਰ ਸਮਚਿਤ ਪ੍ਰਭੂ ਬੈਠੇ ਵਿੱਚ ਸੁਹਾਏ। ਹਜ਼ੂਰ ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਜੀ ਸਮਚਿਤ ਹਨ, ਸਦਾ ਇੱਕ ਚਿੱਤ ਰਹਿਣ ਵਾਲੇ ਮਹਾਰਾਜ ਗਰੀਬ ਨਵਾਜ ਮੁੜ ਤਿਆਗੇ ਹੋਏ ਸਰੀਰ ਵਿੱਚੋਂ ਫਿਰ ਉੱਠ ਕੇ ਬੈਠ ਕੇ ਮਹਾਰਾਜ ਗਰੀਬ ਨਵਾਜ ਬੜੇ ਫੱਬ ਰਹੇ ਹੈ। ਹਾਂਜੀ। ਮੁਖ ਪ੍ਰਸੰਨ ਸਮ ਚੰਦਰ ਕੋ ਉੱਡ ਗਨ ਸਿੱਖ ਸਮੁਦਾਏ। ਮਹਾਰਾਜ ਜੀ ਦਾ ਮੁਖ ਬੜਾ ਪ੍ਰਸੰਨ ਹੈ, ਜਿਵੇਂ ਚੰਦ ਖਿੜਿਆ ਸੋਹਣਾ ਲੱਗਦਾ ਹੈ ਨਾ, ਇਸੇ ਤਰ੍ਹਾਂ ਮਹਾਰਾਜ ਗਰੀਬ ਨਵਾਜ ਜੀ ਦਾ ਚਿਹਰਾ ਖਿੜਿਆ ਹੋਇਆ। ਸਿੱਖ ਸੰਗਤਾਂ 4 ਚੁਫੇਰੇ ਮਹਾਰਾਜ ਜੀ ਦੇ ਬੈਠੀਆਂ ਨੇ, ਜਿਵੇਂ ਤਾਰੇ ਹੁੰਦੇ ਆ ਨਾ ਉਵੇਂ ਸੰਗਤਾਂ ਸਾਰੀਆਂ ਬੈਠੀਆਂ ਨੇ। ਹਾਂਜੀ। ਚੌਪਈ ਦਿਪਤ ਤੇਜ ਮੁਖ ਕਾਂਤ ਵਿਸਾਲੀ। ਮਹਾਰਾਜ ਗਰੀਬ ਨਵਾਜ ਜੀ ਦੇ ਚਿਹਰੇ ਤੇ ਪ੍ਰਕਾਸ਼ ਫੱਬ ਰਿਹਾ ਜੀ, ਬੜਾ ਪ੍ਰਕਾਸ਼ਮਾਨ ਚਿਹਰਾ ਸੱਚੇ ਪਾਤਸ਼ਾਹ ਜੀ ਦਾ। ਹਾਂਜੀ। ਬਾਲ ਅੰਸ਼ ਮਾਲੀ ਉਤ ਲਾਲੀ। ਬਾਲ ਅਵਸਥਾ ਭਾਵ ਚੜ੍ਹਦੇ ਸੂਰਜ ਦੀ ਜਿਹੜੀ ਲਾਲੀ ਹੁੰਦੀ ਨਾ, ਉਹ ਉਂਝ ਮਹਾਰਾਜ ਜੀ ਦਾ ਚਿਹਰਾ। ਹਾਂਜੀ। ਗਿਆਨ ਕਿਰਨ ਤੇ ਰਹਿਓ ਪ੍ਰਕਾਸ਼ੇ ਸੇਵਕ ਰਿਦ ਅਰਬਿੰਦ ਵਿਕਾਸੇ। ਕਹਿੰਦੇ ਮਹਾਰਾਜ ਜੀ ਦਾ ਚਿਹਰਾ ਸੂਰਜ ਵਾਂਗੂ ਖਿੜਿਆ ਤੇ ਸੂਰਜ ਵਿੱਚੋਂ ਕਿਰਨਾਂ ਨਿਕਲਦੀਆਂ ਜੀ। ਤੇ ਪਿਆਰਿਓ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਿਹਰੇ ਵਿੱਚੋਂ ਗਿਆਨ ਰੂਪੀ ਕਿਰਨਾਂ ਨਿਕਲਦੀਆਂ ਜੀ, ਜਿਹੜੀਆਂ ਸਿੱਖਾਂ ਦੇ ਹਿਰਦਿਆਂ ਨੂੰ ਖਿੜਾ ਦਿੰਦੀਆਂ ਜੀ। ਜਿਵੇਂ ਕਿਰਨਾਂ ਸੂਰਜ ਦੀਆਂ ਨਿਕਲਦੀਆਂ ਕਮਲ ਤੇ ਪੈਂਦੀਆਂ, ਕਮਲ ਖਿੜ ਜਾਂਦਾ ਹੈ ਜੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਗਿਆਨ ਦੀਆਂ ਜਿਹੜੀਆਂ ਕਿਰਨਾਂ ਹੈ ਨਾ, ਉਹ ਸੰਗਤਾਂ ਦੇ ਹਿਰਦਿਆਂ ਦੇ ਕਮਲਾਂ ਨੂੰ ਖਿਡਾਉਣ ਵਾਲੀਆਂ ਨੇ ਜੀ। ਹਾਂਜੀ। ਭਾਰੇ ਕਿਰਪਾ ਰਸ ਨੈਣ ਰਸੀਲੇ। ਮਹਾਰਾਜ ਗਰੀਬ ਨਵਾਜ ਜੀ ਦੇ ਨੈਣਾਂ ਵਿੱਚ, ਨੇਤਰਾਂ ਵਿੱਚ ਕਿਰਪਾ ਹੈ, ਰਸੀਲੇ ਨੈਣ ਸੱਚੇ ਪਾਤਸ਼ਾਹ ਜੀ ਦੇ। ਹਾਂਜੀ। ਹਿਤ ਉਪਕਾਰ ਸੁਸ਼ੀਲ ਸ਼ਬੀਲੇ। ਕਿਰਪਾ ਰਸ ਦੇ ਨਾਲ ਭਰੇ ਹੋਏ ਮਹਾਰਾਜ ਦੇ ਨੇਤਰ ਹਨ। ਪ੍ਰਭ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਜਿਹੜੇ ਨਾਮ ਜਪਦੇ ਬ੍ਰਹਮ ਗਿਆਨੀ ਆ ਨਾ, ਉਹਨਾਂ ਦੀ ਦ੍ਰਿਸ਼ਟੀ ਵਿੱਚੋਂ ਵੀ ਅੰਮ੍ਰਿਤ ਵਰਸਦਾ ਜੀ।
ਤੇ ਕਹਿਣ ਲੱਗੇ ਪਰਉਪਕਾਰ ਹਿਤ ਮਹਾਰਾਜ ਸਾਰਿਆਂ ਉੱਤੇ ਦ੍ਰਿਸ਼ਟੀ ਕਰਨ ਦਾ ਹੈ ਜੀ। ਹਾਂਜੀ, ਸਭ ਦੇਸ਼ ਦੇਖਤ ਕਰਤ ਕਿਰਤਾਰਥ। ਕਿਰਪਾ ਦੇ ਨਾਲ ਭਰੇ ਹੋਏ ਗੁਰੂ ਨਾਨਕ ਸਾਹਿਬ ਜੀ ਦੇ ਨੇਤਰ ਹਨ ਤੇ ਮਹਾਰਾਜ ਸਭਨਾਂ ਦੇ ਵੱਲ ਵੇਖ ਰਹੇ ਜੀ, ਸਭਨਾਂ ਉੱਤੇ ਕਿਰਪਾ ਕਰ ਰਹੇ ਸੱਚੇ ਪਾਤਸ਼ਾਹ। ਹਾਂਜੀ, ਦਰਸ ਹੈ ਬ੍ਰਿੰਦ ਪਾਏ ਪਰਮਾਰਥ। ਜਿਹੜਾ ਵੀ ਆ ਕੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਲੈਂਦਾ ਪਿਆਰਿਓ, ਦਰਸ਼ਨ ਕੀ ਕਰਦਾ, ਉਹਨੂੰ ਪਰਮਾਰਥ ਦੀ ਸੋਝੀ ਮਿਲ ਜਾਂਦੀ ਜੀ। ਰੱਬ ਦੇ ਰਸਤੇ ਤੇ ਤੋਰ ਦਿੰਦੇ ਸੱਚੇ ਪਾਤਸ਼ਾਹ, ਭਲਾ ਕਰ ਦਿੰਦੇ ਮਹਾਰਾਜ। ਹਾਂਜੀ, ਤਿਸ ਖਿਨ ਬੁੱਢੇ ਦ્વੈ ਕਰ ਜੋਰੇ। ਹੁਣ ਬੜੀਆਂ ਸੰਗਤਾਂ ਨੇ ਮਹਾਰਾਜ ਗਰੀਬ ਨਵਾਜ ਜੀ ਦੇ ਸਨਮੁਖ ਬੈਠੀਆਂ। ਬਾਬਾ ਸ੍ਰੀ ਚੰਦ ਜੀ ਹੋਣੀ ਵੀ ਪ੍ਰਸੰਨ ਹੋ ਗਏ, ਲਖਮੀ ਦਾਸ ਜੀ ਵੀ ਪ੍ਰਸੰਨ ਚਿਤ ਹੋ ਗਏ। ਮਹਾਰਾਜ ਨੇ ਉਹਨਾਂ ਤੇ ਵੀ ਬਖਸ਼ਿਸ਼ਾਂ ਕੀਤੀਆਂ ਜੀ। ਤੇ ਉਸ ਸਮੇਂ ਨਾ ਸਾਰਿਆਂ ਦੇ ਅੱਗੇ ਆ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਜੋੜ ਲਏ ਜੀ। ਹਾਂਜੀ, ਦ੍ਰਿਸ਼ਟ ਲਾਏ ਪਦ ਪੰਕਜ ਓਰੇ। ਮਹਾਰਾਜ ਗਰੀਬ ਨਵਾਜ ਜੀ ਦੇ ਚਰਨਾਂ ਵੱਲ ਵੇਖਿਆ, ਚਰਨਾਂ ਦੇ ਦਰਸ਼ਨ ਕਰਕੇ ਬੋਲੇ ਬਾਬਾ ਜੀ। ਹਾਂਜੀ, ਗੁਰ ਜੀ ਬਚ ਸੁਨਬੇ ਕਹਿ ਅਰਜੀ। ਹੇ ਮਹਾਰਾਜ ਮੇਰੀ ਵੀ ਸੁਣ ਲਓ, ਕਿਉਂਕਿ ਬਾਬਾ ਬੁੱਢਾ ਜੀ ਵੀ ਬੜੇ ਖਾਸ ਹਨ। ਮਹਾਰਾਜ ਮੇਰੀ ਵੀ ਬੇਨਤੀ ਸੁਣ ਲਓ ਸੱਚੇ ਪਾਤਸ਼ਾਹ। ਸ਼੍ਰੀ ਗੁਰ ਜੀ ਸਭ ਸਿੱਖਨ ਮਰਜੀ। ਮਹਾਰਾਜ ਇਸ ਸਮੇਂ ਸਾਰੇ ਸਿੱਖਾਂ ਦੀ ਇੱਛਾ ਹੈ। ਹਾਂਜੀ, ਉੱਤਮ ਵਾਹਿਗੁਰੂ ਸਤਨਾਮ। ਮਹਾਰਾਜ ਜਿਹੜਾ ਆਪ ਜੀ ਨੇ ਸਾਨੂੰ ਗੁਰ ਮੰਤਰ ਬਖਸ਼ਿਸ਼ ਕੀਤਾ, ਵਾਹਿਗੁਰੂ ਗੁਰ ਮੰਤਰ ਬਖਸ਼ਿਸ਼ ਕੀਤਾ ਮਹਾਰਾਜ ਤੁਸੀਂ ਸਾਨੂੰ। ਹਾਂਜੀ, ਉਪਦੇਸ਼ਿਓ ਸੰਗਤ ਨਰਬਾਮ। ਜਿਹੜਾ ਸਭ ਤੋਂ ਉੱਤਮ ਹੈ ਤੇ ਤੁਸਾਂ ਸੰਗਤਾਂ ਨੂੰ ਗੁਰ ਮੰਤਰ ਦਾ ਉਪਦੇਸ਼ ਦਿੱਤਾ। ਸੰਗਤ ਜੀ ਇੱਕ ਵਾਰੀ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਨੇ ਗੁਰ ਮੰਤਰ ਦਾ ਉਪਦੇਸ਼ ਦਿੱਤਾ। ਕਈ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ 'ਚ ਕਿੱਥੇ ਲਿਖਿਆ ਵਾਹਿਗੁਰੂ? ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਵਾਹਿਗੁਰੂ ਦੇ ਬੜੇ ਨਾਮ ਨੇ। ਰਾਮ ਹੈ, ਗੋਬਿੰਦ ਹੈ, ਬੀਠਲ ਹੈ, ਹਰ ਹੈ, ਪਰ ਵਾਹਿਗੁਰੂ 13 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। ਕੱਲਾ ਵਾਹੇ ਸ਼ਬਦ ਵੀ ਆਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਪਰ ਸਤਿਗੁਰਾਂ ਦੀ ਬਾਣੀ ਵਿੱਚ 13 ਵਾਰ ਸ਼ੁੱਧ ਸਰੂਪ ਵਾਹਿਗੁਰੂ ਦਾ ਆਇਆ। ਵਾਵੇ ਨੂੰ ਕੰਨਾ, ਹਾਹੇ ਨੂੰ ਸਿਹਾਰੀ, ਗੱਗੇ ਨੂੰ ਔਂਕੜ ਤੇ ਰਾਰੇ ਨੂੰ ਦੁਲੈਂਕੜ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਇਹ ਸਾਧ ਸੰਗਤ ਜੀ ਮਹਾਰਾਜ ਗਰੀਬ ਨਵਾਜ ਜੀ ਨੂੰ ਬਾਬਾ ਬੁੱਢਾ ਜੀ ਕਹਿ ਰਹੇ ਆ। ਕਹਿੰਦੇ ਮਹਾਰਾਜ ਆਪ ਜੀ ਨੇ ਸਾਰੇ ਸਿੱਖਾਂ ਨੂੰ ਵਾਹਿਗੁਰੂ ਗੁਰ ਮੰਤਰ ਬਖਸ਼ਿਸ਼ ਕੀਤਾ। ਮਹਾਰਾਜ ਇਸਤਰੀਆਂ ਵੀ ਜਪਣ, ਪੁਰਸ਼ ਵੀ ਜਪਣ, ਸਾਰਿਆਂ ਨੂੰ ਗੁਰ ਮੰਤਰ ਦਾ ਜਾਪ ਤੁਸਾਂ ਦਿੱਤਾ ਮਹਾਰਾਜ। ਹਾਂਜੀ, ਸਿਮਰਨ ਨਾਮ ਕਰੈ 8 ਜਾਮ। ਫਿਰ 8 ਪਹਿਰ ਆਪ ਜੀ ਦੇ ਹੁਕਮ ਨਾਲ ਸਿੱਖ ਸੰਗਤਾਂ ਲੱਗੀਆਂ ਰਹਿੰਦੀਆਂ। ਪ੍ਰੇਮੀ ਬੜੇ ਪਿਆਰ ਨਾਲ ਵਾਹਿਗੁਰੂ ਵਾਹਿਗੁਰੂ ਜਾਪ ਜਪਦੇ ਸੱਚੇ ਪਾਤਸ਼ਾਹ। ਹਾਂਜੀ, ਪਦ ਅਮਿਰਾਮ ਦੇਤ ਸੁਖ ਧਾਮ। ਤੇ ਮਹਾਰਾਜ ਤੁਹਾਡੇ ਕਿਰਪਾ ਨਾਲ ਉਹਨਾਂ ਸਿੱਖਾਂ ਨੂੰ ਨਾਮ ਜਪ ਕੇ ਸੁੱਖ ਵੀ ਮਿਲਦਾ ਹੈ। ਵਾਹਿਗੁਰੂ ਮੰਤਰ ਦਾ ਜਾਪ ਕਰਕੇ ਸੁੱਖ ਵੀ ਮਿਲਦਾ ਹੈ। ਸੰਗਤ ਜੀ ਹਰ ਰਹਿਬਰ ਨੇ ਕੋਈ ਨਾ ਕੋਈ ਮੰਤਰ ਆਪਣੇ ਸਿੱਖਿਆਰਥੀਆਂ ਦੀ ਝੋਲੀ ਵਿੱਚ ਪਾਇਆ ਹੈ। ਮੁਸਲਮਾਨ ਧਰਮ ਵਿੱਚ ਅੱਲਾਹੂ ਜਪਦੇ ਹੈ ਤੇ ਸਾਧ ਸੰਗਤ ਹਿੰਦੂ ਵੀਰ ਰਾਮ ਜਪਦੇ ਹੈ, ਹਰ ਜਪਦੇ ਹੈ। ਗੁਰੂ ਨਾਨਕ ਸਾਹਿਬ ਨੇ ਸਾਡੀ ਝੋਲੀ ਵਿੱਚ ਵਾਹਿਗੁਰੂ ਪਾਇਆ। ਹਾਂਜੀ, ਸ਼੍ਰੀ ਮੁਖ ਤੇ ਇਸ ਅਰਥ ਜਥਾਰਥ। ਹਾਂਜੀ, ਸੇਵਕ ਸੁਨੈ ਸੋ ਹੋਤ ਕਿਰਤਾਰਥ। ਧੰਨ ਬਾਬਾ ਬੁੱਢਾ ਸਾਹਿਬ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਮਹਾਰਾਜ ਆਪ ਕਿਰਪਾ ਕਰੋ ਤੇ ਆਪਣੀ ਰਸਨਾ ਤੋਂ ਵਾਹਿਗੁਰੂ ਸ਼ਬਦ ਦੇ ਅਰਥ ਦੱਸ ਦਿਓ। ਮਹਾਰਾਜ ਆਪ ਜੀ ਦੀ ਰਸਨਾ ਤੋਂ ਸੁਣ ਲਈਏ। ਹਾਂਜੀ, ਅੰਤ ਸਮੇਂ ਕੋ ਦਰਸ ਤੁਹਾਰਾ। ਸਾਰੇ ਸਿੱਖਾਂ ਦਾ ਭਲਾ ਹੋਵੇ। ਵੇਖੋ ਮਹਾਰਾਜ ਅੰਤਮ ਸਮੇਂ ਦਾ ਦਰਸ਼ਨ ਸਾਰੇ ਕਰ ਰਹੇ ਹੈ। ਹਾਂਜੀ, ਤਥਾ ਬਚਨ ਕੋ ਅਭੈ ਵਿਚਾਰਾ। ਤੇ ਮਹਾਰਾਜ ਗਰੀਬ ਨਵਾਜ
ਮੁੜ ਸਾਨੂੰ ਇਹ ਸਮਾਂ ਨਹੀਂ ਮਿਲਣਾ। ਆਪ ਕਿਰਪਾ ਕਰ ਦਿਓ, ਆਪਣੀ ਰਸਨਾ ਤੋਂ ਵਾਹਿਗੁਰੂ ਸ਼ਬਦ ਦਾ ਅਰਥ ਦੱਸ ਦਿਓ ਸਾਨੂੰ। ਹਾਂਜੀ। ਜਾਂ ਤੇ ਸਭ ਹਿਨ ਕੇ ਮਨ ਚਾਹੂ। ਮਹਾਰਾਜ ਇਹ ਇਕੱਲੀ ਮੇਰੇ ਮਨ ਦੀ ਇੱਛਾ ਨਹੀਂ ਹੈਗੀ, ਮਹਾਰਾਜ ਇਹ ਸਾਰਿਆਂ ਦੇ ਮਨ ਦੀ ਇੱਛਾ ਹੈਗੀ ਜੀ। ਹੁਣ ਬਾਬਾ ਬੁੱਢਾ ਸਾਹਿਬ ਸਾਧੂ ਹੈ, ਤੇ ਜਦੋਂ ਬੋਲਦੇ ਆ ਸਾਰਿਆਂ ਦੇ ਮਨ ਦੀ ਇੱਛਾ ਆਪੇ ਬਣ ਜਾਂਦੀ ਹੈ। ਹਾਂਜੀ। ਸੁਨਬੇ ਕਹੋ ਵਿਸਾਲ ਉਤਸ਼ਾਹੂ। ਹਰ ਇੱਕ ਦੇ ਮਨ ਵਿੱਚ ਸੁਣਨ ਦਾ ਚਾਅ ਹੈ, ਹਰ ਇੱਕ ਦੇ ਮਨ ਵਿੱਚ। ਹਾਂਜੀ। ਕਿਰਪਾ ਕਰੋ ਸਭ ਪਰ ਸ਼੍ਰੀ ਗੁਰੂ ਜੀ। ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ, ਮਹਾਰਾਜ ਆਪ ਕਿਰਪਾ ਕਰੋ, ਤੁਹਾਡੀ ਰਸਨਾ ਤੋਂ ਵਾਹਿਗੁਰੂ ਜੀ ਦੇ ਨਾਮ ਦੇ ਅਰਥ ਸੁਣਨੇ ਆ। ਹਾਂਜੀ। ਪੂਰਹੁ ਸਰਬ ਲਾਲਸਾ ਉਰਜੀ। ਹੁਣ ਸਾਰਿਆਂ ਦੇ ਹਿਰਦਿਆਂ ਦੀ ਲਾਲਸਾ ਹੈ, ਸਭਨਾਂ ਦੇ ਮਨ ਦੀ ਕਾਮਨਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਅਰਥ ਦੱਸੋ ਮਹਾਰਾਜ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਇਸ ਪ੍ਰਕਾਰ ਸੁਣ ਕੇ ਸ਼ੁਭ ਬਾਣੀ। ਵੇਖ ਲਓ, ਬਾਬਾ ਬੁੱਢਾ ਜੀ ਇੱਕ ਵਾਰੀ ਵੀ ਕਹਿ ਸਕਦੇ ਸਨ ਜੀ, ਪਰ ਬਾਬਾ ਬੁੱਢਾ ਜੀ ਨੇ ਬਾਰ-ਬਾਰ ਬੇਨਤੀਆਂ ਕੀਤੀਆਂ। ਬਸ ਸਿੱਖ ਇਹ ਕੰਮ ਨਾ ਕਿਤੇ ਭੁੱਲ ਜੇ, ਬਾਰ-ਬਾਰ ਸਤਿਗੁਰਾਂ ਨੂੰ ਬੇਨਤੀਆਂ ਕਰਨੀਆਂ, ਬਾਰ-ਬਾਰ ਤਰਲੇ ਲੈਣੇ। ਬਾਰ-ਬਾਰ ਬੇਨਤੀ ਕੀਤੀ ਜਦੋਂ ਮਹਾਰਾਜ ਜੀ ਨੂੰ। ਅਰ ਸਿੱਖਨ ਮਨ ਕੀ ਗਤ ਜਾਨੀ। ਮਹਾਰਾਜ ਗਰੀਬ ਨਵਾਜ ਜੀ ਬਾਬਾ ਜੀ ਦੀ ਬੇਨਤੀ ਵੀ ਸੁਣਦੇ ਆ, ਤੇ ਸਿੱਖਾਂ ਦੇ ਮਨ ਦੀ ਕਾਮਨਾ ਵੀ ਜਾਣਦੇ ਆ। ਹਾਂਜੀ। ਸਮ ਅੰਮ੍ਰਿਤ ਕੇ ਗਿਰਾ ਰਸਾਲਾ। ਤੇ ਫਿਰ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵਰਗੇ ਬਚਨ ਉਚਾਰੇ ਜੀ। ਗੁਰ ਰਸਨਾ ਅੰਮ੍ਰਿਤ ਬੋਲਦੀ, ਗੁਰ ਰਸਨਾ ਅੰਮ੍ਰਿਤ ਬੋਲਦੀ, ਗੁਰ ਰਸਨਾ ਅੰਮ੍ਰਿਤ ਬੋਲਦੀ, ਗੁਰ ਰਸਨਾ ਅੰਮ੍ਰਿਤ ਬੋਲਦੀ। ਅੰਮ੍ਰਿਤ ਬਚਨ ਸੱਚੇ ਪਾਤਸ਼ਾਹ ਜੀ ਦੇ ਮਹਾਰਾਜ ਜੀ ਨੇ ਉਚਾਰੇ। ਹਾਂਜੀ। ਕਹੈ ਸ਼੍ਰੀ ਨਾਨਕ ਪਰਮ ਕਿਰਪਾਲਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਪਰਮ ਕਿਰਪਾਲੂ, ਜਿਨ੍ਹਾਂ ਤੋਂ ਵੱਡਾ ਦਿਆਲੂ ਕੋਈ ਨਹੀਂ ਇਸ ਦੁਨੀਆ ਤੇ। ਮਹਾਰਾਜ ਗਰੀਬ ਨਵਾਜ ਜੀ ਫਿਰ ਕਿਰਪਾ ਕਰਦੇ ਆ। ਹਾਂਜੀ। ਦੋਹਰਾ ਸਤਨਾਮ ਸ਼੍ਰੀ ਵਾਹਿਗੁਰੂ, ਸੁਨੋ ਅਰਥ ਇਸ ਕੇਰ। ਗਰੀਬ ਨਵਾਜ ਮਹਾਰਾਜ ਕਹਿਣ ਲੱਗੇ, ਸਿੱਖੋ ਫਿਰ ਸੁਣੋ, ਸਤਨਾਮ ਸ੍ਰੀ ਵਾਹਿਗੁਰੂ, ਸੱਚਾ ਨਾਮ ਉਸ ਵਾਹਿਗੁਰੂ ਦਾ। ਕਹਿਣ ਲੱਗੇ ਉਹਦੇ ਹੁਣ ਅਰਥ ਸੁਣ ਲਓ ਫਿਰ। ਹਾਂਜੀ। ਜਿਸ ਕੇ ਸਿਮਰਨ ਅਧਿਕ ਫਲ, ਮਿਟਹਿ 84 ਫੇਰ। ਜਿਸ ਦੇ ਜਾਪ ਕਰਨ ਨਾਲ, ਸਿਮਰਨ ਕਰਨ ਦੇ ਨਾਲ ਇੱਕ ਤਾਂ ਫਲ ਨਹੀਂ ਮਿਲਦਾ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਵਾਹਿਗੁਰੂ ਜਪਣ ਦੇ ਨਾਲ ਬੜੇ ਹੀ ਫਲ ਮਿਲਦੇ ਜੀ। ਕਹੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ। ਤੇ ਜਿਸ ਕੇ ਸਿਮਰਨ ਅਧਿਕ ਫਲ, ਮਿਟਹਿ 84 ਫੇਰ। 84 ਲੱਖ ਜੂਨਾ, ਆਵਾ ਗਮਨ, ਜੰਮਣਾ ਮਰਨਾ, 84 ਲੱਖ ਜੂਨਾਂ ਦਾ ਜਿਹੜਾ ਚੱਕਰ ਹੈ ਨਾ, ਉਹ ਵਾਹਿਗੁਰੂ ਵਾਹਿਗੁਰੂ ਜਪਿਆਂ ਕੱਟਿਆ ਜਾਂਦਾ ਜੀ, ਜੇ ਕੋਈ ਭਰੋਸਾ ਕਰੇ। ਹਾਂਜੀ। ਸਵਈਆ ਗੋਤਮ ਨਾਮ ਅਗਿਆਨ, ਮਹਾਨ ਕੋ ਪਾਏ ਬੰਧਾਨ ਸਦੀਵ ਚੁਰੂ। ਹਜ਼ੂਰ ਗਰੀਬ ਨਵਾਜ ਮਹਾਰਾਜ ਹੁਣ ਅਰਥ ਕਰ ਰਹੇ, ਸਭ ਪ੍ਰੇਮੀ ਸੰਗਤਾਂ ਲਾਗੇ ਬੈਠ ਕੇ ਸੁਣ ਰਹੇ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੋ ਨਾਮ ਹਨੇਰੇ ਦਾ ਹੈ। ਗੋ ਤਮ, ਤਮ ਹਨੇਰਾ। ਹਨੇਰੇ ਨੂੰ ਗੋ ਵੀ ਕਹਿੰਦੇ ਆ, ਘੁੱਪ ਵੀ ਕਹਿੰਦੇ ਆ, ਹਨੇਰੇ ਨੂੰ ਗੋ ਵੀ ਕਹਿੰਦੇ। ਇਸ ਕਮਰੇ 'ਚ ਬੜਾ ਗੋ ਹੈ, ਭਾਵ ਹਨੇਰਾ ਹੈ। ਤੇ ਵਾਹਿਗੁਰੂ ਵਿੱਚੋਂ ਪਹਿਲਾਂ ਗੁਰੂ ਦੇ ਅਰਥ ਸੁਣ ਲਓ। ਮਹਾਰਾਜ ਕਹਿੰਦੇ ਗੋ ਦਾ ਅਰਥ ਹੁੰਦਾ ਜੇ ਹਨੇਰਾ, ਘੁੱਪ ਹਨੇਰਾ। ਤੇ ਮਹਾਰਾਜ ਕਹਿੰਦੇ ਹੁਣ ਹਨੇਰਾ ਕਿਹੜਾ? ਤੁਸੀਂ ਕਹੋਗੇ ਬੱਤੀਆਂ ਜਗਣ ਦਈਆਂ ਭਾਈ ਸਾਹਿਬ, ਹਨੇਰਾ ਕਿਹੜਾ? ਪਿਆਰਿਓ, ਅਗਿਆਨਤਾ ਦਾ ਹਨੇਰਾ ਹੈ, ਅਗਿਆਨਤਾ ਦਾ। ਗੋਤਮ ਨਾਮ ਅਗਿਆਨ ਮਹਾਨ ਕਉ। ਅਗਿਆਨਤਾ ਦਾ ਹਨੇਰਾ ਬੰਦੇ ਦੇ ਮਨ ਵਿੱਚ ਜੀ। ਹਾਂਜੀ।
ਪਾਏ। ਪਾਏ ਬੰਧਾਨ ਸਦੀਵ ਚੁਰੂ। ਹੁਣ ਹਨੇਰੇ ਕਰਕੇ, ਅਗਿਆਨਤਾ ਦੇ ਹਨੇਰੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਬੰਦਾ ਬੰਧਨਾਂ ਵਿੱਚ ਵੱਜਾ ਰਹਿੰਦਾ ਜੀ। ਕਦੀ ਕਿਸੇ ਤਰੀਕੇ ਦੀ ਸਮੱਸਿਆ, ਕਦੀ ਕਿਸੇ ਤਰੀਕੇ ਦੀ ਸਮੱਸਿਆ, ਕੰਮ ਨਹੀਂ ਕਰਨਾ ਆਉਂਦਾ, ਦੁਬਦਾ ਪਈ ਰਹਿੰਦੀ ਹੈ, ਬੰਧਨਾਂ ਦੇ ਹਨੇਰੇ ਹੀ ਹੈ ਨਾ। ਹੁਣ ਸੰਗਤ ਜੀ ਤੁਸੀਂ ਇੱਕ ਗੱਲ ਦਾ ਅੰਦਾਜ਼ਾ ਲਾਓ, ਇੱਕ ਤੇ ਵੈਸੇ ਹਨੇਰਾ ਹੋਵੇ, ਇੱਕ ਬੰਦਾ ਵੱਜਾ ਹੋਵੇ ਜੀ, ਤੇ ਦੱਸੋ ਉਹਨੂੰ ਕੀ ਸੁੱਖ ਮਿਲੇਗਾ ਜੀ। ਚਾਨਣ ਹੋਵੇ, ਬੰਦਾ ਤਾਂ ਵੀ ਵੱਜਾ ਹੋਵੇ ਤਾਂ ਵੀ ਸੁੱਖ ਨਹੀਂ, ਜੇ ਚਾਨਣ ਵੀ ਹੋਵੇ ਤੇ ਬੰਦਾ ਵੀ ਆਜ਼ਾਦ ਹੋਵੇ ਤਾਂ ਸੁੱਖ ਮਿਲਦਾ। ਤੇ ਇਸ ਗੱਲ ਨੂੰ ਪੱਕਾ ਸਮਝ ਲਓ। ਗੋ ਕੀ ਹੈ? ਗੋ ਨਾਮ ਹਨੇਰੇ ਦਾ, ਅਗਿਆਨਤਾ ਦੇ ਹਨੇਰੇ ਦਾ, ਜਿਹਦੇ ਵਿੱਚ ਪੈ ਕੇ ਬੰਦਾ ਬੰਧਨਾਂ ਵਿੱਚ ਵੱਜਾ ਰਹਿੰਦਾ ਜੀ। ਹਾਂਜੀ। ਦੇਹ ਤਰੇ ਤਰੇ ਦੇਹ ਅਨੇਕ ਤਰੇ ਜਨਮੇ, ਮ੍ਰਿਤ ਸੰਕਟ ਹੋਤ ਵਿਸ਼ਾਲ ਸ਼ੁਰੂ। ਹੁਣ ਕਿਸੇ ਬੰਦੇ ਦੇ ਪੈਰਾਂ 'ਚ ਸੰਗਤ ਜੀ ਸੰਗਲ ਪਏ ਐ, ਹਨੇਰਾ ਹੈ, ਤੁਰ ਰਿਹਾ, ਡਿੱਗੇਗਾ, ਬਾਰ-ਬਾਰ ਸੱਟਾਂ ਖਾਏਗਾ, ਕਿੰਨਾ ਦੁੱਖ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਸੋਝੀ ਨਹੀਂ ਹੈ ਵਾਹਿਗੁਰੂ ਦੇ ਨਾਮ ਦੀ, ਨਾਮ ਨਹੀਂ ਬੰਦਾ ਜਪਦਾ, ਅਗਿਆਨਤਾ ਦੇ ਹਨੇਰੇ ਕਰਕੇ ਬਾਰ-ਬਾਰ ਜੰਮਦਾ, ਬਾਰ-ਬਾਰ ਹੀ ਮਰਦਾ। ਮਹਾਰਾਜ ਕਹਿਣ ਲੱਗੇ ਬੜਾ ਵੱਡਾ ਸੰਕਟ ਹੈ ਜਨਮ ਮਰਨ ਦਾ। ਹਾਂਜੀ। ਸੋ ਤਤ ਕਾਲ ਬਲੀਨ ਕਰੈ, ਹੋਏ ਜਾਤ ਪ੍ਰਕਾਸ਼ ਕਹੈ ਇਸ ਰੂ। ਤੇ ਹਜੂਰ ਗਰੀਬ ਨਵਾਜ ਮਹਾਰਾਜ ਕਹਿਣ ਲੱਗੇ ਐ, ਸੋ ਤਤ ਕਾਲ ਬਲੀਨ ਕਰੈ, ਹੋਏ ਜਾਤ ਪ੍ਰਕਾਸ਼ ਕਹੈ ਇਸ ਰੂ। ਹਨੇਰਾ ਹੈ, ਬੰਧਨ ਹੈ, ਤੇ ਇੱਕਦਮ ਉੱਥੇ ਸਾਧ ਸੰਗਤ ਚਾਨਣ ਹੋ ਜੇ ਤੇ ਹਨੇਰਾ ਭੱਜ ਜਾਏਗਾ। ਤੇ ਉਸ ਪ੍ਰਕਾਸ਼ ਕਰਨ ਵਾਲੇ ਨੂੰ ਰੂ ਕਹਿੰਦੇ ਜੇ। ਤੇ ਗੋ ਤੇ ਰੂ, ਇਹਨੂੰ ਇਥੋਂ ਬਣਦਾ ਗੁਰੂ। ਹਨੇਰੇ ਤੋਂ ਜਿਹੜਾ ਪ੍ਰਕਾਸ਼ ਵਿੱਚ ਖੜਦਾ ਉਹਨੂੰ ਕੀ ਕਹਿੰਦੇ ਆ? ਗੁਰੂ ਹੈ। ਤੇ ਇਸ ਸਮੇਂ ਹਨੇਰੇ ਤੋਂ ਪ੍ਰਕਾਸ਼ ਵਿੱਚ ਲੈ ਕੇ ਜਾਣ ਦਾ ਕਾਰਜ ਕੌਣ ਕਰਦਾ ਹੈ? ਗੁਰੂ ਗ੍ਰੰਥ ਸਾਹਿਬ ਜੀ। ਹਾਂਜੀ। ਜੋ ਅਸ ਚਰਜ ਮਹਾ ਬਿਸਮਾਵਤ, ਤਾਹੇ ਕਹੋ ਮੁਖ ਵਾਹਿਗੁਰੂ। ਤੇ ਬਾਕੀ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਐ, ਜੋ ਅਸ ਚਰਜ ਮਹਾ ਬਿਸਮਾਵਤ, ਵਾਹੇ ਕਿਹਨੂੰ ਕਹਿੰਦੇ ਆ? ਸਾਧ ਸੰਗਤ ਜੀ, ਜਿਹੜੇ ਚੀਜ਼ ਬੜੀ ਸੋਹਣੀ ਲੱਗੇ, ਬੜੇ ਆਨੰਦ ਵਿੱਚ ਮਨੁੱਖ ਚਲੇ ਜਾਵੇ, ਤੇ ਸਾਧ ਸੰਗਤ ਜੀ ਉਸ ਸਮੇਂ ਵਾਹ ਵਾਹ ਮੁਖੋਂ ਨਿਕਲਦਾ ਹੈ। ਉਹ ਪਰਮੇਸ਼ਰ ਵਾਹੇ ਹੈ। ਚੰਨ ਅਗਿਆਨ ਤੋਂ ਸਾਧ ਸੰਗਤ ਜੀ ਸਾਨੂੰ ਪ੍ਰਕਾਸ਼ ਵਿੱਚ ਲੈ ਕੇ ਜਾਣ ਵਾਲਾ ਹੈ। ਇਸ ਕਰਕੇ ਮਹਾਰਾਜ ਕਹਿਣ ਲੱਗੇ ਉਹਦਾ ਨਾਮ ਹੈ ਵਾਹਿਗੁਰੂ। ਕਹਿਣ ਲੱਗੇ ਤਾਹੇ ਕਹੋ ਮੁਖ ਵਾਹਿਗੁਰੂ। ਇੱਕ ਵਾਰੀ ਜਪੋ ਸਾਰੇ ਵਾਹਿਗੁਰੂ ਵਾਹਿਗੁਰੂ। ਹਾਂਜੀ। ਜੋ ਸਭ ਦੇਹਨ ਅੰਨ ਪਚਾਵਤ, ਪਾਵਤ ਪ੍ਰਾਨ ਆਧਾਰ ਤੁਰੂ। ਹੁਣ ਅੱਗੋਂ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਵਾਹਿਗੁਰੂ ਸ਼ਬਦ ਦਾ ਵਿਸਥਾਰ ਦੱਸ ਰਹੇ, ਤੇ ਸਾਨੂੰ ਮੋਟੇ ਜਿਹੇ ਅਰਥ ਜੀ। ਹੁਣ ਵਿਸਥਾਰ ਵਾਹਿਗੁਰੂ ਦੀਆਂ ਸ਼ਕਤੀਆਂ ਦੱਸਣ ਲੱਗੇ ਆ। ਮਹਾਰਾਜ ਆਪਣੀ ਪਵਿੱਤਰ ਰਸਨਾ ਤੋਂ ਦੱਸ ਰਹੇ ਆ, ਸਿੱਖ ਸੁਣ ਰਹੇ ਆ। ਜਿਹੜਾ ਸਾਰੇ ਸਰੀਰਾਂ ਤੱਕ ਅੰਨ ਪਹੁੰਚਾਉਂਦਾ ਹੈ, ਸਾਨੂੰ ਸਾਰਿਆਂ ਨੂੰ ਅੰਨ ਦੇਣ ਵਾਲਾ ਜੋ ਹੈ। ਔਰ ਮਹਾਰਾਜ ਕਹਿਣ ਲੱਗੇ ਜਿਹੜਾ ਸਾਡੇ ਪ੍ਰਾਣਾਂ ਦਾ ਧੁਰ ਆਸਰਾ ਹੈ, ਜਿਹਨੂੰ ਬਾਣੀ 'ਚ ਪ੍ਰਾਣਨਾਥ ਆਖਿਆ, ਹੇ ਪ੍ਰਾਣਨਾਥ ਗੋਬਿੰਦ ਹੈ। ਜਿਹੜਾ ਸਾਡੇ ਪ੍ਰਾਣਾਂ ਦਾ ਨਾਥ ਹੈ। ਸਾਧ ਸੰਗਤ ਜੀ, ਸਾਡੇ ਸਰੀਰ ਵਿੱਚ ਥਾਂ ਥਾਂ ਤੇ ਹਵਾ ਦਾ ਵਸ ਹੈ, ਉਹਦਾ ਆਸਰਾ ਵੀ ਤੇ ਵਾਹਿਗੁਰੂ ਹੀ ਹੈ। ਹਾਂਜੀ। ਬ੍ਰਿੰਦ ਰਖੀਕ ਅਚੇਤਨ ਜੇ, ਤਿਨ ਕੇ ਵਿਵਹਾਰ ਕਰੇ ਜੇ ਸ਼ੁਰੂ। ਸਾਰੀਆਂ ਇੰਦਰੀਆਂ ਜੋ ਅਚੇਤਨ ਜੜ ਹਨ, ਕਹਿਣ ਲੱਗੇ ਉਹਨਾਂ ਦਾ ਵਿਵਹਾਰ ਆਰੰਭ ਕਰਾਉਣ ਵਾਲਾ। ਅੱਖਾਂ ਨਿਰੀਆਂ ਵੇਖ ਨਹੀਂ ਸਕਦੀਆਂ ਜੇ ਪਿੱਛੇ ਵਾਹਿਗੁਰੂ ਦੀ ਜੋਤ ਨਾ ਹੋਵੇ। ਮੂੰਹ ਬੋਲ ਨਹੀਂ ਸਕਦਾ ਜੇ ਪਿੱਛੇ ਵਾਹਿਗੁਰੂ ਦੀ ਜੋਤ ਨਾ ਹੋਵੇ। ਕਹਿਣ ਲੱਗੇ ਜਿਹੜਾ ਸਾਰੀਆਂ ਇੰਦਰੀਆਂ ਨੂੰ ਚਲਾਉਣ ਵਾਲਾ ਹੈ, ਔਰ
ਜਿਹੜਾ ਇੰਦਰੀਆਂ ਨੂੰ ਚਲਾ ਰਿਹਾ, ਜਿਹੜਾ ਸਾਰਿਆਂ ਨੂੰ ਸੱਤਾ ਤੇ ਸਫੁਰਤੀ ਦਿੰਦਾ ਹੈ। ਅੰਤਰ ਜੇ ਮਤ ਆਦਿਕ ਹੈ ਜੜ, ਤੇ ਚਿਤ ਕੈ ਕਵਰ ਨਾ ਸੋ ਫੂਰੂ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਅੰਦਰ ਜਿਹੜੀ ਬੁੱਧੀ ਹੈ, ਕਹਿਣ ਲੱਗੇ ਬੁੱਧੀ ਆਦਿਕ ਜਿਹੜੇ ਮਨ ਚਿੱਤ ਬੁੱਧ ਨੇ ਜੜ ਹਨ, ਉਹਨਾਂ ਨੂੰ ਚੇਤਨ ਸੱਤਾ, ਉਹਨਾਂ ਦੇ ਮਨਾਂ ਵਿੱਚ ਫੁਰਨੇ ਪਾਉਣ ਵਾਲਾ ਕੌਣ ਹੈ? ਹਾਂਜੀ, ਸੋ ਅਸ ਚਰਜ ਮਹਾ ਬਿਸਮਾਵਤ, ਤਾਹੇ ਕਹੋ ਮੁਖ ਵਾਹਿਗੁਰੂ। ਉਹੋ ਹੀ ਤਾਂ ਹੈ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਉਹ ਵਾਹਿਗੁਰੂ ਅਸਚਰਜਤਾਈ ਦੇਣ ਵਾਲਾ ਹੈ, ਵਿਸਮਾਦ ਵਿੱਚ ਲੈ ਕੇ ਜਾਣ ਵਾਲਾ ਹੈ। ਔਰ ਸਾਧ ਸੰਗਤ ਜੀ ਜਿਹੜੇ ਫਿਰ ਗੁਰੂ ਕੇ ਸਿੱਖ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਆ ਨਾ, ਕਿਤੇ ਉਹਨਾਂ ਦੇ ਤਜਰਬੇ ਸੁਣ ਕੇ ਵੇਖੋ। ਵਾਹਿਗੁਰੂ ਕਹਿਣਾ ਕੋਈ ਸੌਖੀ ਬਾਤ ਨਹੀਂ ਹੈ। ਉਹਦੀ ਕਿਰਪਾ ਨਾ ਹੋਵੇ ਮੁਖੋਂ ਵਾਹਿਗੁਰੂ ਨਹੀਂ ਚ ਨਿਕਲਦਾ। ਸ਼੍ਰੀਮਾਨ ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇੱਕ ਬਚਨ ਦੱਸਦੇ ਆ, ਕਹਿੰਦੇ ਸਿੱਖੋ ਇੱਕ ਵਾਰੀ ਵੀ ਤੁਹਾਡੇ ਮੁਖੋਂ ਵਾਹਿਗੁਰੂ ਨਿਕਲੇ ਨਾ, 4 ਵਾਰ ਵਾਹਿਗੁਰੂ ਦਾ ਸ਼ੁਕਰ ਕਰਿਆ ਕਰੋ। ਛੋਟੀ ਕਿਰਪਾ ਨਹੀਂ ਹੈ। ਤੇ ਵਾਹਿਗੁਰੂ 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 ਇਹ ਜਿਹੜਾ ਜਾਪ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਹਦੇ ਵਿੱਚ ਇੰਨੀਆਂ ਜ਼ਿਆਦਾ ਬਰਕਤਾਂ ਨੇ ਸੰਗਤ ਜੀ, ਉਹ ਕਹਿਣ ਕਥਨ ਵਿੱਚ ਨਹੀਂ ਆ ਸਕਦੀਆਂ। ਕਰਕੇ ਵੇਖ ਲਓ। ਜਦੋਂ ਸਿੱਖ ਜਾਪ ਕਰਦਾ, ਪਹਿਲਾਂ ਨਹੀਂ ਇਹਨਾਂ ਗੱਲਾਂ ਦਾ ਪਤਾ ਲੱਗਣਾ ਤੁਹਾਨੂੰ, ਇਹੋ ਜਿਹੀ ਸਫੁਰਤੀ ਦਿੰਦਾ ਹੈ ਜੀ, ਬੁੱਧੀ ਜੜ ਹੈ, ਚੇਤਨ ਸੱਤਾ ਦਿੰਦਾ ਹੈ, ਕੀ ਚੀਜ਼ ਹੈ। ਜਦੋਂ ਕੋਈ ਭਗਤੀ ਕਰਨੀ ਸ਼ੁਰੂ ਕਰ ਦਿੰਦਾ ਹੈ ਨਾ, ਉਦੋਂ ਫਿਰ ਇਹਨਾਂ ਗੱਲਾਂ ਦੀ ਸਮਝ ਪੈਣ ਲੱਗ ਪੈਂਦੀ ਹੈ। ਇਹ ਗੁਰੂ ਨਾਨਕ ਸਾਹਿਬ ਬਹੁਤ ਹਾਈ ਕਲਾਸ ਵਿੱਚੋਂ ਬੋਲ ਰਹੇ ਆ, ਜਿਹੜੀ ਆਮ ਬੰਦਿਆਂ ਨੂੰ ਗੱਲ ਨਹੀਂ ਸਮਝ ਆਉਣੀ। ਪਰ ਭਗਤੀ ਕਰਕੇ ਵੇਖੋ, ਜਾਪ ਕਰਕੇ ਵੇਖੋ, ਇਹਦੇ ਨਜ਼ਾਰੇ ਤੁਸੀਂ। ਵਾਹਿਗੁਰੂ ਵਾਹਿਗੁਰੂ ਜਿਹੜਾ ਮੰਤਰ ਹੈ ਨਾ, ਇਹ ਮਨ ਨੂੰ ਬਹੁਤ ਛੇਤੀ ਟਿਕਾਉਂਦਾ ਹੈ, ਜੇ ਬੰਦਾ ਟਿਕਾਉਣ ਵਾਲਾ ਹੋਵੇ ਤਾਂ। ਇਹਦੇ ਜਾਪ ਦੇ ਆਨੰਦ ਵੇਖੋ। ਫਿਰ ਜਿਹੜਾ ਜਾਪ ਕਰ ਲੈਂਦਾ ਹੈ, ਆਪਣੇ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਜਪਦਾ, ਵਾਹਿਗੁਰੂ ਫਿਰ ਉਹਦੇ ਕੰਠ 'ਚ ਵਸਦਾ, ਫਿਰ ਹਿਰਦੇ 'ਚ, ਫਿਰ ਨਾਭੀ ਤੇ ਸਹਿਜੇ ਸਹਿਜੇ ਇਹਨੇ ਆਪੇ ਹੀ ਰਾਹ ਬਣਾਈ ਜਾਣਾ ਆਪਣਾ। ਸੋ ਮਹਾਰਾਜ ਗਰੀਬ ਨਵਾਜ ਕਹਿ ਰਿਹਾ, ਮਹਾਰਾਜ ਕਹਿਣ ਲੱਗੇ ਮਹਾਨ ਪ੍ਰਕਾਸ਼ ਦੇਣ ਵਾਲਾ ਸ਼ਬਦ ਹੈ ਵਾਹਿਗੁਰੂ। ਇਸ ਕਰਕੇ ਆਪਣੇ ਮੁਖ ਤੋਂ ਸਦਾ ਹੀ ਕਹੋ, ਕੀ ਕਹੋ? ਵਾਹਿਗੁਰੂ। ਹਾਂਜੀ। ਸੀਸ ਸਹੰਸ ਅਸੀਸ ਅਨੈਨ, ਸਨੈਨ ਸਰਹਸਰੀ ਰੂਪ ਤੁਰੂ। ਤੇ ਹੁਣ ਮਹਾਰਾਜ ਉਸ ਵਾਹਿਗੁਰੂ ਦਾ ਰੂਪ ਦੱਸਦੇ ਆ। ਸੀਸ ਸਹੰਸ ਅਸੀਸ ਅਨੈਨ ਸਨੈਨ, ਤੇ ਮਹਾਰਾਜ ਕਹਿਣ ਲੱਗੇ ਸਹੰਸਰ ਸਹੀ ਰੂਪ ਧੁਰੂ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹ ਵਾਹਿਗੁਰੂ ਹਜ਼ਾਰਾਂ ਹੀ ਸਿਰਾਂ ਵਾਲਾ ਹੈ, ਪਰ ਉਹਦਾ ਇੱਕ ਵੀ ਸਿਰ ਨਹੀਂ ਹੈ। ਮਹਾਰਾਜ ਕਹਿਣ ਲੱਗੇ ਹੈ ਉਹ ਵਾਹਿਗੁਰੂ ਹਜ਼ਾਰਾਂ ਨੇਤਰਾਂ ਵਾਲਾ ਹੈ, ਪਰ ਵੇਖਣ ਵਿੱਚ ਇੱਕ ਵੀ ਨੇਤਰ ਖਾਸ ਨਹੀਂ ਵੀ ਆਹ ਅੱਖ ਰੱਬ ਦੀ ਹੈ, ਪਰ ਹੈ ਹਜ਼ਾਰਾਂ ਅੱਖਾਂ ਵਾਲਾ। ਮੈਂ ਫਿਰ ਬੇਨਤੀ ਕਰਾਂ ਸੰਗਤ ਜੀ, ਜਦੋਂ ਕੋਈ ਕਮਾਈ ਕਰਕੇ ਗਹਿਰਾ ਜਾਂਦਾ ਹੈ, ਡੂੰਘਾ ਜਾਂਦਾ ਹੈ, ਫਿਰ ਉਹਦੇ ਵਿੱਚ ਇਹ ਗੱਲਾਂ ਆਪੇ ਹੀ ਪ੍ਰਗਟ ਹੁੰਦੀਆਂ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਇਕੱਲਾ ਇੱਥੇ ਗ੍ਰੰਥ 'ਚ ਹੀ ਨਹੀਂ ਕਹਿ ਰਹੇ, ਸਤਿਗੁਰਾਂ ਨੇ ਬਾਣੀ ਵਿੱਚ ਵੀ ਆਖਿਆ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਉ। ਹਾਂਜੀ। ਘ੍ਰਾਣ ਸਰਹੰਸਰ ਅਘ੍ਰਾਣ ਅਸ਼ੋਰਣ, ਸ੍ਰਸ਼ੋਣ ਸਰਹੰਸਰ ਤ੍ਰਿਸ਼ਰੋਣ ਕੁਰੂ। ਉਸ ਵਾਹਿਗੁਰੂ ਦਾ ਨਾਮ ਹਜ਼ਾਰਾਂ ਰੂਪਾਂ ਵਾਲਾ ਹੈ, ਪਰ ਉਸ ਦਾ ਰੂਪ ਇੱਕ ਵੀ ਨਹੀਂ ਹੈ। ਫਿਰ ਉਸ ਵਾਹਿਗੁਰੂ ਦਾ ਨਾਮ ਜਿਸ ਦੇ ਹਜ਼ਾਰਾਂ ਨੱਕ ਹਨ, ਵਾਹਿਗੁਰੂ ਉਹਦਾ ਨਾਮ ਹੈ ਜਿਹਦੇ ਹਜ਼ਾਰਾਂ ਨੱਕ ਹਨ, ਪਰ ਪਿਆਰਿਓ ਉਂਝ ਇੱਕ ਵੀ ਨੱਕ ਨਹੀਂ ਹੈ। ਹਾਂਜੀ। ਪਾਣ ਸਰਹੰਸਰ ਅਪਾਣ ਅਪਾਦ,
ਸਪਾਦ ਸਹੰਸਰ ਅਨੂਰੂ ਉਰੂ। ਫਿਰ ਸ਼ਰੋਣਨ ਸਰਹੰਸ ਸੋ ਸ਼ਰੋਣ ਕੁਰੂ। ਹਜ਼ਾਰਾਂ ਕੰਨ ਨੇ ਵਾਹਿਗੁਰੂ ਦੇ, ਪਰ ਵੇਖਣ ਵਿੱਚ ਇੱਕ ਵੀ ਨਹੀਂ ਹੈ। ਪਾਣ ਸਹੰਸਰ ਅਪਾਣ ਹੈ, ਹਜ਼ਾਰਾਂ ਹੱਥ ਨੇ ਉਸ ਵਾਹਿਗੁਰੂ ਦੇ, ਪਰ ਸਾਧ ਸੰਗਤ ਜੀ ਉਂਝ ਇੱਕ ਵੀ ਨਹੀਂ ਹੈ ਵੇਖਣ ਵਿੱਚ। ਅਪਾਦ ਸਪਾਦ ਸਹੰਸਰ, ਹਜ਼ਾਰਾਂ ਪੈਰ ਹਨ ਵਾਹਿਗੁਰੂ ਦੇ, ਪਰ ਉਂਝ ਇੱਕ ਵੀ ਨਹੀਂ ਹੈ। ਤੇ ਅੱਗੋਂ ਮਹਾਰਾਜ ਕਹਿੰਦੇ ਆ ਅਨੂਰੂ ਉਰੂ, ਗੱਜ ਕੇ ਆਖੋ ਵਾਹਿਗੁਰੂ। ਸਾਧ ਸੰਗਤ ਉਰ ਨਾਮ ਲੱਤ ਦਾ ਹੈ ਆ ਸਾਡੇ ਸਰੀਰ ਦੀ। ਹਜ਼ਾਰਾਂ ਲੱਤਾਂ ਨੇ, ਪਰ ਉਂਝ ਇੱਕ ਵੀ ਲੱਤ ਨਹੀਂ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਜੋ ਅਸ ਚਰਜ ਮਹਾ ਬਿਸਮਾਵਤ, ਤਾਹੇ ਕਹੋ ਮੁਖ ਵਾਹਿਗੁਰੂ। ਹੁਣ ਕਈਆਂ ਨੇ ਕਹਿਣਾ ਭਾਈ ਜੀ ਸਾਨੂੰ ਇਹ ਗੱਲ ਤੇ ਸਮਝ ਹੀ ਨਹੀਂ ਆਈ, ਵਿਸ਼ਾਲ ਸਿਆਂ ਕੀ ਬੋਲ ਗਿਆ। ਗੁਰੂ ਨਾਨਕ ਸਾਹਿਬ ਕਹਿੰਦੇ ਇਸੇ ਨੂੰ ਤੇ ਵਾਹੇ ਕਹਿੰਦੇ ਆ, ਉਹਦੀ ਗੱਲ ਸਮਝ ਨਹੀਂ ਆਉਂਦੀ। ਅਸਚਰਜ ਹੈ ਬਿਸਮੇ ਰੂਪ ਹਸਤੀ ਨੂੰ ਪ੍ਰਕਾਸ਼ ਦੇਣ ਵਾਲਾ ਹੈ ਵਾਹਿਗੁਰੂ। ਇਸ ਕਰਕੇ ਆਪਣੇ ਮੁਖ ਤੋਂ ਕਹੋ ਵਾਹਿਗੁਰੂ ਵਾਹਿਗੁਰੂ। ਸੰਗਤ ਜੀ ਇੱਕ ਸਵਈਆ ਪੂਰਾ ਹੋਇਆ। ਮੈਂ ਫਿਰ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ, ਅਭਿਆਸੀ ਜਿਨ੍ਹਾਂ ਨੇ ਜਪ ਕੀਤੇ ਆ ਵਾਹਿਗੁਰੂ ਦੇ, ਜਿਨ੍ਹਾਂ ਜਪ ਕੇ ਵੇਖਿਆ, ਹੁਣ ਇਹੋ ਜਿਹੀ ਤੇ ਗੱਲ ਹੀ ਨਹੀਂ ਵੀ ਸਭ ਝੂਠ ਹੀ ਹੈ। ਜਿਨ੍ਹਾਂ ਵਾਹਿਗੁਰੂ ਜਪ ਕੇ ਵੇਖਿਆ, ਮਾਫ ਕਰਿਓ ਫਿਰ ਉਹ ਆਪ ਨਹੀਂ ਬੋਲੇ, ਉਹਨਾਂ ਦੀ ਰਸਨਾ ਤੋਂ ਵਾਹਿਗੁਰੂ ਹੀ ਬੋਲਿਆ ਜੀ। ਉਹਨਾਂ ਦੀ ਰਸਨਾ ਤੋਂ ਮੁੜ ਫਿਰ ਵਾਹਿਗੁਰੂ ਹੀ ਬੋਲਿਆ, ਉਹ ਆਪ ਨਹੀਂ ਬੋਲੇ ਜੀ। ਹਾਂਜੀ। ਤਰਾਸਤ ਹੈ ਜਿਸ ਤੇ ਮ੍ਰਿਤ ਦੌਰਤ, ਲੋਰਤ ਜੀਵਨ ਅੰਤ ਕੁਰੂ। ਮਹਾਰਾਜ ਕਹਿਣ ਲੱਗੇ ਜਿਹਦੇ ਤੋਂ ਮੌਤ ਡਰਦੀ ਭੱਜਦੀ ਫਿਰਦੀ ਹੈ ਵਾਹਿਗੁਰੂ ਤੋਂ। ਹੁਣ ਵਾਹਿਗੁਰੂ ਜੀ ਦੇ ਨਾਮ ਦਾ ਹੀ ਪ੍ਰਤਾਪ ਹੈ ਨਾ ਬਾਬਾ ਦੀਪ ਸਿੰਘ ਜੀ ਦਾ। ਸਾਧ ਸੰਗਤ ਦੀ ਮੌਤ ਨੂੰ ਵੀ ਅੱਗੇ ਲਾ ਦਿੱਤਾ। ਹਾਂਜੀ। ਤਰਾਸ ਧਰਾ ਧਰ ਕੋ ਧ੍ਰਿਤ ਧਾਰਤ, ਤਰਾਸਤ ਪੌਨ ਤ੍ਰਿਲੋਕ ਤੁਰੂ। ਮਹਾਰਾਜ ਕਹਿਣ ਲੱਗੇ ਧਰਤੀ ਵੀ ਵਾਹਿਗੁਰੂ ਦੇ ਭੈ ਵਿੱਚ ਹੈ, ਪਹਾੜ ਵੀ ਵਾਹਿਗੁਰੂ ਦੇ ਭੈ ਵਿੱਚ ਹੈ, ਹਵਾ ਵੀ ਵਾਹਿਗੁਰੂ ਜੀ ਤੋਂ ਡਰ ਕੇ ਹੀ ਚੱਲਦੀ ਹੈ। ਭੈ ਵਿੱਚ ਪਵਨ ਵਹੈ ਸਦ ਵਾਓ। ਹਾਂਜੀ। ਤਰਾਸ ਤਰੇ ਨਭ ਸੂਰਜ ਗਾਉਨ, ਪ੍ਰਕਾਸ਼ਿਤ ਪਾਵਕ ਤਰਾਸ ਪੁਰੂ। ਫਿਰ ਕਹਿਣ ਲੱਗੇ ਉਸ ਵਾਹਿਗੁਰੂ ਤੋਂ ਭੈ ਕਰਦੇ ਆ ਕੌਣ ਕੌਣ? ਨਭ ਆਕਾਸ਼ ਸੂਰਜ। ਫਿਰ ਸਾਧ ਸੰਗਤ ਜੀ ਸੂਰਜ ਜਿਹੜਾ ਸਾਰਿਆਂ ਨੂੰ ਪ੍ਰਕਾਸ਼ ਦਿੰਦਾ, ਉਹਦੇ ਵਿੱਚ ਅੱਗ ਕਿਹਨੇ ਭਰੀ ਹੈ? ਵਾਹਿਗੁਰੂ ਨੇ ਭਰੀ ਹੋਈ ਹੈ। ਹਾਂਜੀ। ਜੋ ਅਸ ਚਰਜ ਮਹਾ ਬਿਸਮਾਵਤ, ਤਾਹੇ ਕਹੋ ਮੁਖ ਵਾਹਿਗੁਰੂ। ਕਹਿਣ ਲੱਗੇ ਉਹ ਵਾਹਿਗੁਰੂ ਅਸਚਰਜ ਰੂਪ ਹੈ, ਵਿਸਮਾਦ ਵਿੱਚ ਲੈ ਕੇ ਜਾਣ ਵਾਲਾ ਹੈ। ਇਸ ਕਰਕੇ ਸਿੱਖੋ ਆਪਣੇ ਮੁਖ ਤੋਂ ਕਹਿਆ ਕਰੋ। ਕੀ ਕਹਿਆ ਕਰੋ? ਵਾਹਿਗੁਰੂ। ਕੀ ਕਹਿਣਾ ਹੈ? ਵਾਹਿਗੁਰੂ। ਇਸ ਤਰੀਕੇ ਨਾਲ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਸ਼ਬਦ ਦੀ ਬੜੀ ਮਹਿਮਾ ਕੀਤੀ ਹੈ। ਮੈਂ ਤਾਂ ਹਰ ਇੱਕ ਗੱਲ ਆਪ ਜੀ ਦੇ ਨਾਲ ਨਹੀਂ ਸਾਂਝੀ ਕਰ ਰਿਹਾ, ਮੈਨੂੰ ਮਾਫ ਕਰ ਦਿਓ, ਕਿਉਂਕਿ ਸਾਰੀਆਂ ਗੱਲਾਂ ਸਾਡੀ ਸਮਝ ਵਿੱਚ ਪੈਣ ਵਾਲੀਆਂ ਨਹੀਂ ਹਨ। ਉਂਝ ਤਾਂ ਚਲੋ ਇੱਕ ਸਵਈਆ ਹੋਰ ਪੜ੍ਹ ਦਿਓ, ਸਾਰੀ ਸੰਗਤ ਨੂੰ ਪਤਾ ਲੱਗ ਜਾਵੇ ਵਾਹਿਗੁਰੂ ਸ਼ਬਦ ਦੇ ਅਰਥ ਕੋਈ ਕਰਦਾ ਰਵੇ ਕਰਦਾ ਰਵੇ ਕਰਦਾ ਰਵੇ। ਇੱਕ ਵਾਹਿਗੁਰੂ ਸ਼ਬਦ ਦੇ ਅਰਥ ਨਹੀਂ ਮੁੱਕ ਸਕਦੇ ਜੀ। ਹਾਂਜੀ। ਜੋ ਸਗਰੇ ਜਗ ਕੋ ਡਰ ਦਾਇਕ, ਕਰੂਰ ਮਹਾਤ ਓਜ ਤੁਰੂ। ਮਹਾਰਾਜ ਕਹਿਣ ਲੱਗੇ ਜੋ ਵਾਹਿਗੁਰੂ ਸਾਰੇ ਜਗਤ ਦਾ ਦਾਤਾ ਕੌਣ ਹੈ? ਵਾਹਿਗੁਰੂ ਹੀ ਹੈ। ਕਠੋਰ ਹੈ, ਬੇਅੰਤ ਬਲ ਰੱਖਣ ਵਾਲਾ ਵੀ ਹੈ, ਕਠੋਰ ਵੀ ਹੈ, ਬਲ ਰੱਖਣ ਵਾਲਾ ਵੀ ਹੈ। ਹਾਂਜੀ। ਜੋ ਸਭ ਕੋ ਉਪਜਾਵਤ ਹੈ, ਪਰ ਪਾਰਤ ਫੇਰ ਬਿਨਾਸ਼ ਕੁਰੂ। ਸਾਰਿਆਂ ਨੂੰ ਫਿਰ ਪਾਲਣ ਵਾਲਾ। ਮਤ ਸੋਚੇ ਕਿ ਸਾਧ ਸੰਗਤ ਮੈਂ ਪਾਲਦਾ ਭਾਈ, ਮਤ ਕੋਈ ਜਾਣੋ। ਮਹਾਰਾਜ ਬਾਣੀ 'ਚ ਕਹਿੰਦੇ ਆ ਨਾ ਵੀ ਕਿਸੇ ਦੇ ਕੁਝ ਹੱਥ ਵਿੱਚ ਹੈ ਨਹੀਂ, ਸਭ ਕਰੇ ਕਰਾਇਆ।
ਕਰਨ ਕਰਾਉਣ ਵਾਲਾ ਉਹ ਵਾਹਿਗੁਰੂ ਆਪ ਹੈ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਕੋਈ ਆਖੇ ਮੈਂ ਕਿਸੇ ਨੂੰ ਪਾਲਦਾ, ਨਹੀਂ ਭਾਈ ਤੂੰ ਨਹੀਂ ਪਾਲਦਾ, ਉਹ ਵਾਹਿਗੁਰੂ ਸਭਨਾਂ ਨੂੰ ਪਾਲਣ ਦਿਆ। ਅੰਮ੍ਰਿਤਸਰ ਦੇ ਵਿੱਚ ਇੱਕ ਘਟਨਾ ਵਰਤੀ ਜਿਹਦੇ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਗਟ ਹੋਇਆ। ਉਹ ਬੀਬੀ ਰਜਨੀ ਦਾ ਕੋਹੜੀ ਪਤੀ ਸੀਗਾ, ਤੇ ਬੀਬੀ ਰਜਨੀ ਨੂੰ ਕਿਉਂ ਕੱਢਿਆ ਸੀ ਉਹਦੇ ਪਤੀ ਨੇ? ਪੱਟੀ ਦੇ ਰਾਜੇ ਦੁਨੀ ਚੰਦ ਨੇ ਕਿਉਂ ਕੱਢਿਆ ਸੀ? ਕਿਉਂਕਿ ਸਾਧ ਸੰਗਤ ਉਹਨੇ ਆਪਣੀਆਂ ਧੀਆਂ ਨੂੰ ਪੁੱਛਿਆ, ਦੱਸੋ ਤੁਹਾਨੂੰ ਕੌਣ ਪਾਲਦਾ? ਬਾਕੀ ਧੀਆਂ ਕਹਿੰਦੀਆਂ ਪਿਤਾ ਜੀ ਤੁਸੀਂ ਪਾਲਦੀਆਂ ਹੋ। ਜਦੋਂ ਬੀਬੀ ਰਜਨੀ ਨੂੰ ਪੁੱਛਿਆ, ਉਹ ਕਹਿਣ ਲੱਗੀ ਪਿਤਾ ਜੀ ਤੁਸੀਂ ਨਹੀਂ ਪਾਲਦੇ, ਤੁਸੀਂ ਨਹੀਂ ਸਾਨੂੰ ਖਾਣ ਪੀਣ ਨੂੰ ਦਿੰਦੇ, ਤੁਸੀਂ ਤੇ ਇੱਕ ਜ਼ਰੀਆ ਹੋ ਪਾਲਣ ਵਾਲਾ, ਖਾਣ ਪੀਣ ਨੂੰ ਦੇਣ ਵਾਲਾ ਤਾਂ ਵਾਹਿਗੁਰੂ ਹੈ, ਪਰਮੇਸ਼ਰ ਹੈ। ਹੁਣ ਉਹ ਦੁਨੀ ਚੰਦ ਹੰਕਾਰੀ ਸੀਗਾ, ਉਹਨੂੰ ਇਹ ਗੱਲ ਚੰਗੀ ਨਹੀਂ ਲੱਗੀ ਵੀ ਇਹ ਕਿਉਂ ਗੱਲ ਆਖੀ ਹੈ। ਪਰ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਉੱਥੇ ਕਹਿ ਰਹੇ, ਮਹਾਰਾਜ ਕਹਿੰਦੇ ਭਾਈ ਸਾਰਿਆਂ ਨੂੰ ਪਾਲਣ ਵਾਲਾ ਵਾਹਿਗੁਰੂ ਹੀ ਹੈ। ਤੇ ਜਿਹਨੂੰ ਮਹਾਰਾਜ ਬਾਣੀ ਵਿੱਚ ਕਹਿੰਦੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਜੋ ਸਭ ਕੋ ਉਪਜਾਵਤ ਹੈ। ਪੈਦਾ ਕਰਨ ਵਾਲਾ ਕੌਣ ਹੈ? ਪੈਦਾ ਕਰਨ ਵਾਲਾ ਵੀ ਵਾਹਿਗੁਰੂ ਹੀ ਹੈ। ਉਹ ਨਾ ਕਿਰਪਾ ਕਰੇ ਪੈਦਾ ਨਹੀਂ ਹੋ ਸਕਦੇ। ਪ੍ਰਤਪਾਰਤ ਫੇਰ ਵਿਨਾਸ਼ ਗੁਰੂ, ਪਾਲਣ ਵਾਲਾ ਵੀ ਹੈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵਿਨਾਸ਼ ਵਾਲਾ ਵੀ ਹੈ। ਹਾਂਜੀ। ਜੋ ਅਸ ਕਾਲ ਮਹਾ ਬਿਦਤੈ ਤਿਸ ਕਾਲ ਕੋ ਕਾਲ ਕਰੈ ਜੋ ਤੁਰੂ। ਫਿਰ ਜੋ ਅਸ ਕਾਲ ਮਹਾ ਬਿਦਤੈ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹੈ, ਜਿਹੜਾ ਮਹਾਕਾਲ ਪ੍ਰਗਟ ਹੈ, ਵਾਹਿਗੁਰੂ ਮਹਾਕਾਲ ਹੈ। ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਬਾਣੀ ਵਿੱਚ ਕਹਿੰਦੇ ਮਹਾਕਾਲ ਰਖਵਾਰ ਹਮਾਰੋ। ਕਿਸੇ ਨੇ ਕਿਹਾ ਦੇਵੀ ਹੈ, ਮਹਾਰਾਜ ਕਹਿੰਦੇ ਨਹੀਂ ਵਾਹਿਗੁਰੂ ਹੈ। ਦੇਵੀ ਨੂੰ ਸਾਜਣ ਵਾਲੇ ਵੀ ਵਾਹਿਗੁਰੂ ਹਨ। ਸੋ ਉਹ ਮਹਾਕਾਲ ਹੋ ਕੇ ਉਪਜਿਆ ਹੈ, ਆਪ ਹੀ ਆਪਣੇ ਆਪ ਤੋਂ ਪੈਦਾ ਹੋਇਆ। ਤੇ ਫਿਰ ਕਹਿਣ ਲੱਗੇ ਮਹਾਕਾਲ ਹੋ ਕੇ ਪੈਦਾ ਹੋਇਆ, ਆਪ ਹੀ ਆਪਣੇ ਆਪ ਤੋਂ ਬਣਿਆ, ਅੱਗੋਂ ਸਾਰਿਆਂ ਨੂੰ ਬਣਾਉਣ ਵਾਲਾ ਹੈ। ਜੋ ਅਸ ਚਰਜ ਮਹਾ ਬਿਸਮਾਵਤ ਤਾਹੇ ਕਹੋ ਮੁਖ ਵਾਹਿਗੁਰੂ। ਜਿਹੜਾ ਇਸ ਸਮੇਂ ਨੂੰ ਨਾਸ਼ ਕਰਨ ਵਾਲਾ ਵੀ ਹੈ, ਤੁਰੰਤ ਨਾਸ਼ ਕਰ ਸਕਦਾ ਹੈ। ਆ ਵੇਖ ਲਓ ਮਾੜੀ ਜੀ ਹਵਾ ਹੀ ਚਲਾਈ ਨਾ ਵਾਹਿਗੁਰੂ ਨੇ, ਕਿਵੇਂ ਲੋਕ ਸਾਰੇ ਡਰ ਗਏ। ਤੇ ਫਿਰ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਉਹ ਵਾਹਿਗੁਰੂ ਬਿਸਮਾਦ ਅਵਸਥਾ ਵਿੱਚ ਲੈ ਜਾਂਦਾ, ਪਰ ਉਦੋਂ ਜਦੋਂ ਵਾਹਿਗੁਰੂ ਜਪੋਗੇ। ਕਹੋ ਪ੍ਰੇਮ ਨਾਲ ਵਾਹਿਗੁਰੂ 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 ਵਾਹਿਗੁਰੂ। ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਸ਼ਬਦ ਦੇ ਅਰਥ ਦੱਸੇ ਸੰਗਤ ਨੂੰ। ਹਾਂਜੀ। ਦੋਹਰਾ ਸਭ ਸੰਗਤ ਕੋ ਸਤਿਗੁਰੂ ਅਰਥ ਦਿਓ ਸਮਝਾਏ। ਸਾਰੀ ਸੰਗਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਸ਼ਬਦ ਦੇ ਅਰਥ ਸਮਝਾਏ ਜੀ। ਸਮਝਾਉਣਾ ਕੀ ਹੁੰਦਾ ਗੁਰਮੁਖਾਂ ਦਾ, ਮੈਂ ਅੱਗੇ ਵੀ ਬੜੀ ਵਾਰੀ ਬੇਨਤੀ ਕੀਤੀ, ਕਿਰਪਾ ਹੀ ਕਰਦੇ ਤੇ ਬੰਦੇ ਤੇ ਸਿੱਧੀ। ਹਾਂਜੀ। ਨਿਸਬਾਸੁਰ ਸਿਮਰੋ ਇਸੇ ਉੱਤਮ ਪਦ ਲਿਹੋ ਪਾਏ। ਮਹਾਰਾਜ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸਿੱਖੋ
ਦਿਨ ਰਾਤ ਇਹਨੂੰ ਜਪੋਗੇ ਨਾ, ਬੜੀ ਉੱਤਮ ਪਦਵੀ ਤੁਹਾਨੂੰ ਪ੍ਰਾਪਤ ਹੋਏਗੀ, ਬੜੀ ਉੱਤਮ ਪਦਵੀ। ਹੁਣ ਆਪਾਂ ਥੋੜ੍ਹਾ ਜਪ ਕੇ ਬਹਿ ਜਾਂਦੇ ਹਾਂ, ਚਲੋ ਥੋੜ੍ਹਾ ਜਪਣ ਵਾਲਾ ਵੀ ਵੱਡੇ ਭਾਗਾਂ ਵਾਲਾ ਹੈ, ਪਰ ਜਿਹੜਾ ਦਿਨ ਰਾਤ ਜਪੇਗਾ ਮਹਾਰਾਜ ਕਹਿੰਦੇ ਉੱਤਮ ਪਦਵੀ ਪਾਏਗਾ। ਇਸ ਕਰਕੇ ਜਪਿਆ ਕਰੋ, ਉੱਤਮ ਪਦਵੀ ਪਾ ਲਓ। ਹਾਂਜੀ। ਬਨਾਇਓ ਅਸ਼ਟਕ ਅਰਥ ਕੋ, ਵਾਹਿਗੁਰੂ ਸਤਨਾਮ। ਵਾਹਿਗੁਰੂ ਸਤਨਾਮ 8 ਅੱਖਰਾਂ ਦਾ ਬਣਾਇਆ ਹੋਇਆ ਹੈ। ਸਤਨਾਮ ਤੇ ਵਾਹਿਗੁਰੂ ਕਾਰ ਸੇਵਾ ਵਿੱਚ ਇਕੱਠਾ ਹੀ ਜਪਦੇ ਆ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਕਈ ਪ੍ਰੇਮੀ ਇਕੱਠੇ ਇੱਕੋ ਹੀ ਸ਼ਬਦ ਪੜ੍ਹਦੇ ਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਈ ਵਾਹਿਗੁਰੂ ਸਤਨਾਮ ਵਾਹਿਗੁਰੂ, ਸਤਨਾਮ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਜਪਦੇ। ਮਹਾਰਾਜ ਕਹਿਣ ਲੱਗੇ ਇਹ 8 ਸ਼ਬਦ ਨੇ, 8 ਅੱਖਰ ਨੇ ਨਾ। ਵਾਹ ਵਾਹ ਹਾ ਹਾ ਗੱਗਾ ਰਾਰਾ ਸੱਸਾ ਤੱਤਾ ਨੰਨਾ ਫਿਰ ਮਾਂ। ਹਾਂਜੀ। ਨਿਤ ਪ੍ਰਤ ਪੜੈ ਜੋ ਪ੍ਰੇਮ ਕਰ, ਠਾਨ ਹੈ ਗੁਰੂ ਪ੍ਰਣਾਮ। ਮਹਾਰਾਜ ਕਹਿਣ ਲੱਗੇ ਫਿਰ ਜਿਹੜਾ ਪ੍ਰੇਮ ਨਾਲ ਜਪਦਾ ਹੈ ਨਾ, ਗੁਰੂ ਵੀ ਉਹਨੂੰ ਆ ਕੇ ਮੱਥਾ ਟੇਕਦਾ ਜੀ। ਵੇਖ ਲਓ ਨਾਮ ਦੀ ਕਿੰਨੀ ਵੱਡੀ ਵਡਿਆਈ ਹੈ। ਚਾਰੇ ਯੁੱਗਾਂ ਵਿੱਚ ਨਾਮ ਦੀ ਵਡਿਆਈ ਹੋਈ ਹੈ। ਤੇ ਇਹ ਨਾਮ ਮਹਾਰਾਜ ਕਹਿੰਦੇ ਨਾ, ਯੁੱਗ ਚਾਰੇ ਨਾਮ ਵਡਿਆਈ ਹੋਈ। ਜੇ ਨਾਮ ਲਾਵੈ, ਜੇ ਨਾਮ ਲਾਗੈ, ਸੋ ਮੁਕਤ ਪਾਵੈ, ਗੁਰ ਬਿਨ ਨਾਮ ਨਾ ਪਾਵੈ ਕੋਈ। ਗੁਰੂ ਤੋਂ ਬਗੈਰ ਇਹ ਮਿਲਣਾ ਨਹੀਂ ਜੀ। ਇਸ ਕਰਕੇ ਮਹਾਰਾਜ ਕਹਿਣ ਲੱਗੇ 8 ਪੈਰ ਜਿਹੜਾ ਜਪਦਾ, ਨਿਤ ਪ੍ਰਤ ਪੜ੍ਹੇ ਜੋ ਪ੍ਰੇਮ ਕਰ, ਠਾਨ ਹੈ ਗੁਰੂ ਪ੍ਰਣਾਮ। 2 ਅਰਥ ਨੇ। ਜਿਹੜਾ ਦਿਨ ਰਾਤ ਪ੍ਰੇਮ ਨਾਲ ਜਪਦਾ, ਗੁਰੂ ਵੀ ਉਹਨੂੰ ਨਮਸਕਾਰ ਕਰਦਾ। ਤੇ ਜਿਹੜਾ ਨਮਸਕਾਰ ਰੂਪ ਹੋ ਕੇ ਗੁਰੂ ਸਾਹਿਬ ਨੂੰ ਨਮਸਕਾਰ ਕਰਦਾ ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਹੈ। ਸੁਤ ਬਿਤ ਆਦਿਕ ਕਾਮਨਾ, ਸਤਿਗੁਰੂ ਤੇ ਸਭ ਪਾਏ। ਫਿਰ ਮਹਾਰਾਜ ਕਹਿਣ ਲੱਗੇ ਉਹ ਸਤਿਗੁਰਾਂ ਤੋਂ ਪੁੱਤਰ ਵੀ ਪਾ ਲੈਂਦਾ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸੰਗਤ ਜੀ, ਪੁੱਤ ਦੀ ਦਾਤ ਲੋਕ ਬੜਾ ਮੰਗਦੇ, ਕੋਈ ਵੱਡੀ ਗੱਲ ਨਹੀਂ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਜਪਣ ਵਾਲਿਆਂ ਨੂੰ ਪੁੱਤਰ ਵੀ ਮਿਲ ਜਾਂਦਾ। ਫਿਰ ਮਾਇਆ ਬੜੇ ਮੰਗਦੇ, ਮਾਇਆ ਤੇ ਗੱਲ ਹੀ ਕੋਈ ਨਹੀਂ ਹੈਗੀ। ਮਹਾਰਾਜ ਕਹਿੰਦੇ ਨਾਮ ਜਪਣ ਵਾਲੇ ਨੂੰ ਮਾਇਆ ਵੀ ਬੜੀ ਮਿਲਦੀ ਹੈ। ਤੇ ਸੁਤ ਬਿਤ ਆਦਿਕ ਕਾਮਨਾ, ਸਤਿਗੁਰ ਤੇ ਸਭ ਪਾਏ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਾਈ ਸਤਨਾਮ ਵਾਹਿਗੁਰੂ ਜਪਣ ਵਾਲੇ ਨੂੰ ਗੁਰੂ ਸਾਹਿਬ ਸਭ ਕੁਝ ਹੀ ਦੇ ਦਿੰਦੇ ਆ। ਸਾਰਾ ਕੁਝ ਹੀ ਉਹ ਸਤਿਗੁਰਾਂ ਕੋਲੋਂ ਪ੍ਰਾਪਤ ਕਰ ਲੈਂਦਾ ਹੈ। ਪ੍ਰਤ ਦਿਨ ਦੋਨੋਂ ਲੋਕ ਮੈਂ, ਹੋਵੈ ਹੈ ਗੁਰੂ ਸਹਾਏ। ਮਿਲਦਾ ਵੀ ਸਾਰਾ ਕੁਝ ਹੈ। ਤੇ ਫਿਰ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਵਾਲੇ ਦੀ ਦੋਵਾਂ ਲੋਕਾਂ ਵਿੱਚ ਗੁਰੂ ਸਾਹਿਬ ਸਹਾਇਤਾ ਵੀ ਕਰਦੇ ਆ। ਸਹਾਇਤਾ ਵੀ ਕਰਦੇ, ਇਸ ਲੋਕ ਵਿੱਚ ਵੀ ਮਦਦ ਕਰਦੇ ਆ, ਪਰਲੋਕ ਵਿੱਚ ਵੀ ਮਦਦ ਕਰਦੇ ਆ। ਹੁੰਦੀ ਹੈ, ਪੁੱਛ ਕੇ ਵੇਖ ਲਓ ਗੁਰਮੁਖਾਂ ਨੂੰ ਜਿਹੜੇ ਜਪਦੇ ਆ। ਹਾਂਜੀ। ਚੌਪਈ ਅਧਿਕ ਪ੍ਰਸੰਨ ਭਈ ਤਬ ਸੰਗਤ, ਮੁਖ ਬਿਕਸੇ ਜਨ ਪੰਕਜ ਪੰਗਤ। ਜਦੋਂ ਮਹਾਰਾਜ ਨੇ ਸੰਗਤ ਦੀ ਇੰਨਾ ਗੁਰਮੰਤਰ ਦਾ, ਸਤਨਾਮ ਵਾਹਿਗੁਰੂ ਦੇ ਜਾਪ ਦੀ ਵਡਿਆਈ ਕੀਤੀ ਵੀ ਜੋ ਮੰਗੋ ਮਿਲੇਗਾ, ਜੋ ਮੰਗੋ ਮਿਲੇਗਾ। ਸੰਗਤ ਬੜੀ ਖੁਸ਼ ਹੋਈ ਜੀ। ਬੜਾ ਸੌਖਾ ਕੰਮ ਹੈ। ਮਹਾਰਾਜ ਨੇ ਤੇ ਸਿੱਧੀ ਕਿਹਾ ਜੋ ਮੰਗੋ ਮਿਲੇਗਾ, ਪਰ ਬੰਦਾ ਜਪਦਾ ਹੀ ਨਹੀਂ ਜੀ। ਤੇ ਮੈਨੂੰ ਮਾਫ ਕਰਿਓ, ਜੋ ਮੰਗੋ ਮਿਲੇਗਾ। ਤੇ ਜੇ ਬੰਦਾ ਕੁਝ ਨਹੀਂ ਮੰਗਦਾ ਤੇ ਪਿਆਰ ਨਾਲ ਸਤਨਾਮ ਵਾਹਿਗੁਰੂ ਜਪੀ ਜਾਂਦਾ, ਫਿਰ ਵਾਹਿਗੁਰੂ ਆਪ ਹੀ ਮਿਲ ਜਾਂਦਾ ਬੰਦੇ ਨੂੰ ਜੀ। ਫਿਰ ਰੱਬ ਆਪ ਹੀ ਮਿਲ ਪੈਂਦਾ ਜੀ। ਸਭ ਸੰਗਤਾਂ ਅਰਥ ਸੁਣ ਕੇ ਬੜਾ ਪ੍ਰਸੰਨ ਹੋਈਆਂ। ਤਬ ਹਵੈ ਖਰੋ ਬ੍ਰਿਧ ਤਤਕਾਲਾ। ਤੇ ਫਿਰ ਸਾਧ ਸੰਗਤ ਦੀ ਮੁਖ ਬਿਕਸੇ ਜਨ ਪੰਕਜ ਪੰਗਤ। ਐ ਸਾਰਿਆਂ ਦੇ ਚਿਹਰੇ ਖਿੜ ਗਏ, ਜਿਵੇਂ ਫੁੱਲਾਂ ਦੀ ਡਾਰ ਨਹੀਂ ਖਿੜੀ ਹੁੰਦੀ। ਫੁੱਲ ਖਿੜੇ ਸੋਹਣੇ ਲੱਗਦੇ, ਸਾਰੇ ਸਿੱਖ ਖਿੜ ਗਏ। ਕਿਉਂ? ਮਹਾਰਾਜ ਨੇ ਨਿਰੀ ਕਥਾ ਨਹੀਂ ਸੁਣਾਈ, ਮਹਾਰਾਜ ਨੇ ਕਿਰਪਾ ਵੀ ਕੀਤੀ ਨਾਲ ਜੀ।
ਤੇ ਉਸ ਸਮੇਂ ਫਿਰ ਬਾਬਾ ਬੁੱਢਾ ਜੀ ਸਤਿਗੁਰਾਂ ਦੇ ਸਾਹਮਣੇ ਖੜੇ ਹੋ ਗਏ। ਸੁਜਸ ਗੁਰੂ ਕੋ ਕਹਿਤ ਰਸਾਲਾ। ਤੇ ਮਹਾਰਾਜ ਗਰੀਬ ਨਵਾਜ ਜੀ ਦਾ ਬੜਾ ਜਸ ਕੀਤਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ। ਤੇ ਉਹ ਫਿਰ ਆਪਾਂ ਹੁਣ ਅੱਗੋਂ ਸਰਵਣ ਕਰਾਂਗੇ। ਸੰਗਤ ਜੀ ਅੱਜ 5 ਮਿੰਟ ਵਿਸ਼ੇਸ਼ ਮੇਰੀ ਬੇਨਤੀ ਹੈ, ਆਪਾਂ ਸਾਰਿਆਂ ਸਤਿਨਾਮ ਵਾਹਿਗੁਰੂ ਜਪਣਾ ਹੈ। ਕਿਉਂ ਜਪਣਾ ਹੈ? ਕਿਉਂਕਿ ਵੇਖ ਲਓ ਤੁਸੀਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਮੁਖੋਂ ਸੁਣਿਆ ਨਾ, ਮਹਾਰਾਜ ਕਹਿੰਦੇ ਜਪ ਕੇ ਵੇਖ ਲਓ ਸਾਰਾ ਕੁਝ ਹੀ ਮਿਲ ਜਾਏਗਾ। ਹੁਣ ਅਸੀਂ ਸੰਸਾਰੀ ਬੰਦੇ ਆ, ਤਾਣ ਮੰਗੋ, ਮਾਣ ਮੰਗੋ, ਧਨ ਲਖਮੀ ਸੁੱਤ ਦੇ, ਇੱਜ਼ਤ ਵੀ ਚਾਹੀਦੀ, ਪੈਸਾ ਵੀ ਚਾਹੀਦਾ, ਧੀਆਂ ਪੁੱਤ ਵੀ ਚਾਹੀਦੇ ਬੰਦੇ ਨੂੰ। ਤੇ ਫਿਰ ਜਪੇ ਬੰਦਾ, ਤੇ ਜੇ ਪਿਆਰ ਨਾਲ ਜਪੇ ਤੇ ਮੰਗੇ ਕੁਝ ਨਾ, ਫਿਰ ਵਾਹਿਗੁਰੂ ਆਪ ਮਿਲਦਾ। ਜੇ ਕੰਮ ਤੇ ਬੜਾ ਸੌਖਾ ਸਤਿਗੁਰੂ ਨੇ ਸਾਨੂੰ ਦੱਸਿਆ, ਪਰ ਮਾਫ ਕਰਿਓ ਸਾਡੇ ਕੋਲ ਜਪ ਹੀ ਨਹੀਂ ਹੁੰਦਾ ਜੀ। ਕਿਉਂ? ਜਿਹੜੀ ਜਨਮਾਂ ਜਨਮਾਂ ਦੀ ਮੈਲ ਲੱਗੀ ਹੈ ਨਾ ਜੀ, ਇਹ ਬੰਦੇ ਨੂੰ ਜਪਣ ਨਹੀਂ ਦਿੰਦੀ ਜੀ। ਕਰਮਾਂ ਦੀ ਵੀ ਮੈਲ 'ਚ ਉਹ ਨਹੀਂ ਜਪਣ ਦਿੰਦੀ। ਉਹ ਕਹਿੰਦੀ ਜੇ ਤੂੰ ਜਪ ਲਿਆ ਤੇ ਤੂੰ ਤੇ ਬੜਾ ਵੱਡਾ ਹੋ ਜਾਣਾ, ਤੇ ਤੈਨੂੰ ਅਸੀਂ ਵੱਡਿਆਂ ਨਹੀਂ ਹੋਣ ਦੇਣਾ। ਇਸ ਕਰਕੇ ਜਪੋ ਪ੍ਰੇਮ ਨਾਲ। ਸਤਿਨਾਮ ਵਾਹਿਗੁਰੂ, 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 ਸਤਿ
ਸਤਿਨਾਮ ਵਾਹਿਗੁਰੂ। 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 ਇਹ ਦਾਸ ਨੇ ਤਾਂ 5 ਮਿੰਟ ਸਤਿਨਾਮ ਵਾਹਿਗੁਰੂ ਦੇ ਮੰਤਰ ਵਿੱਚ ਲਾਏ ਹੈ। ਆਪ ਸਭ ਸੰਗਤਾਂ ਨੂੰ ਬੇਨਤੀ ਕੀਤੀ। ਉਹਦਾ ਕਾਰਨ ਇਹ ਹੈ, ਆਪਾਂ ਮਹਾਰਾਜ ਕੋਲੋਂ ਹੁਣੇ ਹੀ ਸੁਣਿਆ, ਤੇ ਜੇ ਸੁਣ ਕੇ ਮੈਨੂੰ ਪਤਾ ਅਸੀਂ ਫਤਿਹ ਬੁਲਾ ਦਈਏ ਤੇ ਫਿਰ ਬੰਦੇ ਦਾ ਹੌਲੀ ਹੌਲੀ ਮਨ 'ਚੋਂ ਗੱਲ ਜਿਹੜੀ ਹੈ ਉਹ ਭੁੱਲਣੀ ਸ਼ੁਰੂ ਹੋ ਜਾਂਦੀ ਹੈ। ਘੱਟੋ ਘੱਟ ਸੁਣ ਕੇ 5 ਮਿੰਟ ਹੀ ਬੰਦਾ ਇਕਾਗਰਤਾ ਦੇ ਨਾਲ ਜਪ ਲਵੇ ਨਾ, ਇਹਦੇ ਨਾਲ ਵੀ ਸਾਧ ਸੰਗਤ ਜੀ ਬੰਦੇ ਦੇ ਅੰਦਰ ਦੀ ਬੈਟਰੀ ਜਿਹੜੀ ਹੈ ਉਹ ਚਾਰਜ ਹੋ ਜਾਂਦੀ ਹੈ। ਕੋਸ਼ਿਸ਼ ਕਰੇ ਐ ਟਿਕ ਕੇ ਸਤਿਨਾਮ ਵਾਹਿਗੁਰੂ ਮੁਖ ਤੋਂ ਕਹਿਣਾ ਤੇ ਕੰਨਾਂ ਤੋਂ ਸੁਣਨਾ ਹੈ। ਤੇ ਸੁਣੇਗਾ ਬੰਦਾ ਉਦੋਂ ਜਦੋਂ ਧਿਆਨ ਵਿੱਚ ਹੋਏਗਾ। ਜਦੋਂ ਧਿਆਨ ਨਹੀਂ ਵਿੱਚ ਫਿਰ ਸੁਣਿਆ ਨਹੀਂ ਜਾਏਗਾ। ਜੀਭ ਕਹਿ ਦੇਗੀ, ਮਨ ਸੁਣੇਗਾ ਨਹੀਂ। 5 ਮਿੰਟ ਹੀ ਇਸ ਤਰੀਕੇ ਨਾਲ ਜਪ ਕੇ ਵੇਖ ਲਓ, ਮਨ ਇੰਨੇ 'ਚ ਹੀ ਇਕਾਗਰ ਹੋ ਜਾਂਦਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ 8 ਪਹਿਰ ਜਪਦਾ ਉਹਦੇ ਤੇ ਫਿਰ ਕਿਆ ਹੀ ਕਹਿਣੇ ਹੈ ਨਾ, ਉਹਦੇ ਤੇ ਫਿਰ ਬਾਤ ਹੀ ਬੜੀ ਵੱਡੀ ਬਣ ਜਾਂਦੀ। ਉਹ ਤੇ ਫਿਰ ਜੋ ਮੰਗੇ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਹੀ ਦੇਣ ਨੂੰ ਵਸਤੂ ਤਿਆਰ ਕੀਤੀ ਹੋਣੀ ਹੈ। ਕਿਉਂਕਿ ਸਾਧ ਸੰਗਤ ਜਿਹਦੇ ਬੈਂਕ ਵਿੱਚ ਬੈਲੈਂਸ ਹੋਵੇ ਉਹ ਜੋ ਚਾਹਵੇ ਲੈ ਸਕਦਾ, ਜਿਹਦੇ ਪੱਲੇ ਹੀ ਕੁਝ ਨਹੀਂ ਹੈ ਉਹ ਲਏਗਾ ਕੀ। ਇਹ ਨਾਮ ਤਨ ਦਾ ਖਾਤਾ ਮਹਾਰਾਜ ਕਿਰਪਾ ਕਰਨ, ਆਪਣੇ ਚਰਨਾਂ 'ਚ ਸਾਡਾ ਖੋਲ੍ਹ ਲੈਣ। ਹੋਈਆਂ ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।